इंटरनेशनल मीडिया पंजाब। और मेरी गुजारिश है, मैं चाहांगा अगर ਜਿਹੜੇ बिना मजबूरी ਦੇ ਆਪਣੇ ਕੈਮਰੇ ਨੂੰ ਖੋਲ ਸਕਦੇ ਆ ਉਹ ਅੱਜ ਔਨ ਕਰ ਲੈਣ, ਕਿਉਂਕਿ ਅਸੀਂ ਖੁਦਾ ਦੇ ਨਾਲ ਰਾਬਤਾ ਕਰਨਾ, ਖੁਦਾ ਦੀ ਆਵਾਜ਼ ਨੂੰ ਸੁਣਨਾ। ਅੱਜ ਸੁਣਨੀ ਅਸੀਂ ਵੌਇਸ ਆਫ ਗॉड, ਰੱਬ ਦੀ ਆਵਾਜ਼, ਕਿਉਂਕਿ ਰੱਬ ਦੀ ਆਵਾਜ਼ ਨੂੰ ਅਸੀਂ ਸੁਣਨਾ ਹੈ। ਜੇ ਸੁਣਨਾ ਹੈ ਅਸੀਂ ਧਿਆਨ ਨਾਲ ਸੁਣਨਾ, ਇਹ ਨਾ ਹੋਵੇ ਅਸੀਂ ਵੌਇਸ ਆਫ ਗॉड ਰੱਬ ਦੀ ਆਵਾਜ਼ ਨੂੰ ਸੁਣ ਰਹੇ ਹਾਂ ਔਰ ਅਸੀਂ ਆਪਣੇ ਧੰਦੇ ਧੰਦਾਰਾਂ 'ਚ ਆਪਣੇ ਕੰਮਾਂ ਕਾਰਾਂ 'ਚ ਫਸੇ ਹਾਂ। ਅੱਜ ਜੇ ਹੋ ਸਕਦਾ ਤਾਂ ਜਿਹੜੇ ਵੀ ਕੈਮਰਾ ਔਨ ਕਰ ਸਕਦੇ ਆ ਕਰ ਲਓ, ਕਿਉਂਕਿ ਅੱਜ ਅਸੀਂ ਖੁਦਾ ਸਾਡੇ ਨਾਲ ਡਾਇਰੈਕਟ ਗੱਲ ਕਰਦਾ। ਜਦੋਂ ਗੱਲ ਕਰਦਾ ਬੋਲਦਾ ਮੇਰਾ ਯੇਸ਼ੂ ਬੋਲਦਾ। ਜਦੋਂ ਫਿਰ ਯੇਸ਼ੂ ਬੋਲਦਾ ਫਿਰ ਬਹੁਤ ਕੁਛ ਬੋਲਦਾ। ਔਰ ਸੱਚਮੁੱਚ ਮੇਰੇ ਭਾਈ ਭੈਣੋ, ਅੱਜ ਤੱਕ ਅਸੀਂ ਬਹੁਤ ਸਾਰੀਆਂ ਗਵਾਹੀਆਂ ਸੁਣਦੇ ਹਾਂ, ਬਹੁਤ ਸਾਰੇ ਪਾਸਟਰਾਂ ਤੋਂ ਸੁਣਦੇ ਹਾਂ, ਬਹੁਤ ਸਾਰੀਆਂ ਸਿਸਟਰਾਂ ਤੋਂ, ਬਹੁਤ ਸਾਰੇ ਬੱਚਿਆਂ ਤੋਂ ਸੁਣਦੇ ਹਾਂ ਕਿ ਮੇਰੇ ਨਾਲ ਯੇਸ਼ੂ ਨੇ ਗੱਲ ਕੀਤੀ, ਮੇਰੇ ਨਾਲ ਪ੍ਰਭੂ ਨੇ ਗੱਲ ਕੀਤੀ, ਮੇਰੇ ਨਾਲ ਪਰਮੇਸ਼ਰ ਨੇ ਗੱਲ ਕੀਤੀ, ਮੇਰੇ ਨਾਲ ਏਦਾਂ ਹੋਈ, ਮੇਰੇ ਨਾਲ ਏਦਾਂ ਹੋਈ, ਮੇਰੇ ਨਾਲ ਏਦਾਂ ਹੋਈ। ਪਰ ਕੋਈ ਆਪਣਾ ਹੱਥ ਹਿਲਾ ਕੇ ਦੱਸ ਸਕਦਾ ਵੀ ਮੇਰੇ ਨਾਲ ਪਰਮੇਸ਼ਰ ਨੇ ਗੱਲ ਕੀਤੀ ਤੇ ਕਿਸ ਰੂਪ ਵਿੱਚ ਕੀਤੀ? ਕੋਈ ਆਪਣੀ ਸਾਰੀ ਮੀਟਿੰਗ ਦੇ ਵਿੱਚੋਂ ਜਿੰਨੇ ਆਪਾਂ 12 ਆਈਡੀਆ ਤੋਂ ਜੁੜੇ ਆ, ਕੋਈ ਇੱਕ ਵੀ ਬੰਦਾ ਆਪਾਂ ਨੂੰ ਇਹ ਏਦਾਂ ਹੱਥ ਖੜਾ ਕਰਕੇ ਕਹਿ ਸਕਦਾ ਵੀ ਮੇਰੇ ਨਾਲ ਪ੍ਰਭੂ ਯੇਸ਼ੂ ਨੇ ਗੱਲ ਕੀਤੀ ਜਾਂ ਪਰਮੇਸ਼ਰ ਨੇ ਗੱਲ ਕੀਤੀ ਆ ਤੇ ਕਿਹੜੀ ਕੀਤੀ ਹੈ? ਜੇ ਸਾਹਮਣੇ ਕੀਤੀ ਆ ਉਹਨੂੰ ਦੱਸ ਸਕਦਾ ਜੀ? ਇਸ ਕਲਾਮ ਤੋਂ ਬਿਨਾਂ ਅਜੇ ਹੋਰ ਕੋਈ ਗੱਲਬਾਤ ਕੀਤੀ ਹੈ ਜਿਹੜੀ ਤੁਹਾਡੇ ਨਾਲ ਆਪ ਪਰਸਨਲੀ ਤੌਰ ਤੇ ਗੱਲ ਕੀਤੀ? ਔਰ ਅੱਜ ਸਿੱਖਾਂਗੇ ਖੁਦਾ ਦੇ ਕਲਾਮ ਦੇ ਵਿੱਚੋਂ, ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਮੈਂ ਖੁਦਾ ਨੂੰ ਏਦਾਂ ਕਹਿਤਾ, ਖੁਦਾ ਨੇ ਮੈਨੂੰ ਏਦਾਂ ਕਹਿਤਾ, ਖੁਦਾ ਨਾਲ ਮੈਂ ਆਹ ਗੱਲ ਕੀਤੀ, ਖੁਦਾ ਨੇ ਮੈਨੂੰ ਆਹ ਜਵਾਬ ਦਿੱਤਾ, ਫਿਰ ਮੈਂ ਜਵਾਬ ਪੁੱਛ ਲਿਆ, ਫਿਰ ਜਵਾਬ ਏਦਾਂ ਹੋ ਗਿਆ, ਖੁਦਾ ਨਾਲ ਏਦਾਂ ਹੋਈ, ਖੁਦਾ ਨਾਲ ਆਹ ਹੋਈ, ਖੁਦਾ ਨਾਲ ਆਹ ਹੋਈ। ਪਰ ਮੇਰੇ ਅਜੀਜ਼ੋ, ਖੁਦਾ ਬੋਲਦਾ ਆਪਣੇ ਕਲਾਮ ਦੁਆਰਾ। ਖੁਦਾ ਸਾਡੇ ਨਾਲ ਗੱਲਬਾਤ ਕਰਦਾ ਆਪਣੇ ਇਸ ਕਲਾਮ ਦੁਆਰਾ। ਖੁਦਾ ਸਾਨੂੰ ਆਪਣੇ ਗੁੱਝੇ ਭੇਦ ਸਿਖਾਉਂਦਾ ਇਸ ਕਲਾਮ ਦੁਆਰਾ। ਸਾਨੂੰ ਇਹ ਸਿਰਫ ਉਹ ਕਲਾਮ ਸਾਡੇ ਲਈ ਆ ਜਿਹੜਾ ਖੁਦਾ ਆਪਣੇ ਮੂੰਹ ਦੀਆਂ ਗੱਲਾਂ ਸਾਡੇ ਨਾਲ ਕਰਦਾ। ਬਹੁਤ ਸਾਰੇ ਲੋਕ ਸਾਨੂੰ ਭੁਲਾਵਿਆਂ 'ਚ ਪਾਉਂਦੇ ਆ, ਬਹੁਤ ਸਾਰੇ ਲੋਕ ਆਪਣੀ ਵਡਿਆਈ ਲਈ, ਬਹੁਤ ਸਾਰੇ ਲੋਕ ਆਪਣੇ ਆਪ ਨੂੰ ਉੱਚਾ ਕਰਨ ਲਈ, ਖੁਦਾਬੰਦ ਪ੍ਰਭੂ ਯਿਸੂ ਮਸੀਹ ਨੂੰ ਨਹੀਂ, ਆਪਣੇ ਆਪ ਨੂੰ ਉੱਚਾ ਕਰਨ ਲਈ ਉਹ ਸਾਰੇ ਨਵੇਂ ਤਰੀਕੇ ਅਪਣਾਉਂਦੇ ਆ। ਮੇਰਾ ਯੇਸ਼ੂ ਏਦਾਂ ਕਹਿੰਦਾ, ਮੇਰਾ ਫਲਾਨਾ ਏਦਾਂ ਕਹਿੰਦਾ, ਮੇਰੇ ਨਾਲ ਆਹ ਗੱਲ ਹੋਈ, ਮੇਰੇ ਨਾਲ ਸੁੱਤੇ ਪੈ ਨੂੰ ਉੱਠ ਕੇ ਮੈਨੂੰ ਕਿਹਾ ਏਦਾਂ ਕਰ ਲਓ, ਏਦਾਂ ਕਰ ਲਓ। ਪਰ ਜਦੋਂ ਸਾਡੇ ਤੇ ਕਈ ਏਦਾਂ ਦੀਆਂ ਬਿਮਾਰੀਆਂ ਆ ਜਾਣੀਆਂ, ਸਾਡੇ ਤੇ ਏਦਾਂ ਦੇ ਕਈ ਤਕਲੀਫਾਂ ਆ ਜਾਣੀਆਂ, ਉਸ ਵੇਲੇ ਸਾਡਾ ਯੇਸ਼ੂ ਸਾਨੂੰ ਦੱਸਦਾ ਨਹੀਂ। ਫਿਰ ਜੇ ਮੇਰੇ ਨਾਲ ਰੋਜ਼ ਰਾਤ ਨੂੰ ਸੁੱਤੇ ਪੈ ਨਾਲ ਗੱਲ ਕਰਦਾ, ਮੇਰੇ ਨਾਲ ਦਿਨ ਨਾਲ ਗੱਲ ਕਰਦਾ, ਜੇ ਕੱਲ ਨੂੰ ਮੇਰਾ ਐਕਸੀਡੈਂਟ ਹੋ ਜਾਂਦਾ, ਉਸ ਵੇਲੇ ਨਹੀਂ ਖੁਦਾ ਮੈਨੂੰ ਦੱਸਦਾ ਭਾਈ ਇਸ ਰਾਹ ਤੇ ਨਾ ਜਾ ਤਾਂ ਤੇਰਾ ਐਕਸੀਡੈਂਟ ਹੋ ਜਾਣਾ? ਫੇਰ ਵੀ ਦੱਸਦਾ। ਜੇ ਆਪਾਂ ਖੁਦਾ ਨਾਲ ਰਾਬਤਾ ਤਾਂ ਖੁਦਾ ਫੇਰ ਵੀ ਦੱਸਦਾ। ਆਓ ਅਸੀਂ ਆਪਣੀਆਂ ਪਵਿੱਤਰ ਬਾਈਬਲਾਂ ਨੂੰ ਖੋਲੀਏ, ਉਹਦੇ ਵਿੱਚ ਦੇਖੀਏ ਜ਼ਬੂਰ 29 ਉਹਦੀ ਵਰਸ ਨੰਬਰ 4 to 9। ਅਸੀਂ ਆਪਣੇ ਜ਼ਬੂਰ ਦੇਖਾਂਗੇ, ਜ਼ਬੂਰਾਂ ਦੀ ਕਿਤਾਬ, ਉਹਦੇ ਵਿੱਚੋਂ ਬੁੱਕ ਨੰਬਰ 29 29 ਨੰਬਰ ਅਸੀਂ ਜ਼ਬੂਰ ਦੇਖਾਂਗੇ। ਦਾਊਦ ਬਾਦਸ਼ਾਹ ਅੱਜ ਇਸ ਵੌਇਸ ਆਫ ਗॉड ਬਾਰੇ ਸਾਨੂੰ ਕੀ ਕਹਿੰਦਾ, ਅਸੀਂ ਦੇਖਾਂਗੇ 4 ਤੋਂ 9 ਆਇਤ ਤੱਕ। ਸਰ ਜੀ ਉਰਦੂ ਚ ਪੜ੍ਹਨਾ ਜੀ? ਜਿਹੜੇ ਤੇ ਤੁਹਾਡਾ ਜੀ ਕਰਦਾ ਪੜੋ, ਮੈਨੂੰ ਵਧੀਆ ਲੱਗੂਗਾ ਜੇ ਉਰਦੂ ਚ ਪੜੋਗੇ, ਕਿ ਮੈਂ ਪੰਜਾਬੀ ਚ ਐਕਸਪਲੇਨ ਕਰਨਾ। ਉਰਦੂ ਚ ਤੁਸੀਂ ਪੜੋਗੇ, ਉਰਦੂ ਵਾਲੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਕੀ ਪੜਿਆ, ਔਰ ਪੰਜਾਬੀ ਚ ਐਕਸਪਲੇਨ ਕਰਨਾ ਪਤਾ ਉਹਨਾਂ ਨੂੰ ਵੀ ਲੱਗ ਜਾਂਦਾ, ਪਤਾ ਸਾਨੂੰ ਵੀ ਲੱਗ ਜਾਂਦਾ। जी जी बिल्कुल, सिस्टर फरदौस हमारे पास मौजूद हैं, वो इस हवाला को पढ़ने में मदद करेंगे जी। हालेलुया, प्रेज गॉड। खुदावंद का शुक्र हो। खुदावंद के पाक कलाम में यूं मरकूम है, खुदावंद की आवाज में कुदरत है। हालेलुया। खुदावंद की आवाज में जलाल है। प्रेज द लॉर्ड। खुदावंद की आवाज दीवारों को तोड़ डालती है। हालेलुया। बल्कि खुदावंद लबानोन के देवदार को टुकड़े टुकड़े कर देता है। प्रेज गॉड। और उनको बिछड़े की मानद और लबानोन और सरनून को जंगली बिछड़े की मानद खुदाता है। खुदावंद की आवाज आग के शोलों को चीरती है। हालेलुया। खुदावंद की आवाज बियाबान को हिला देती है। खुदावंद कादस के बियाबान को हिला डालता है। खुदावंद की आवाज से हरनियों के हमल गिर जाते हैं और वो जंगलों को बेबर्द कर देती है। उसकी हैकल में हर एक जलाल ही जलाल पुकारता है। खुदावंद तूफानों के वक्त तक नशीन था,
बल्कि खुदावंद हमेशा तक नशीन है। खुदावंद अपनी उम्मत को जोर बख्शेगा। खुदावंद अपनी उम्मत को सलामती की बरकत देगा। आमीन। खुदावंद के पाक कलाम पढ़े और सुने जाने पर उसकी बरकत हो। आमीन। खुदावंद का शुक्र हो। ਥੈਂਕ ਯੂ ਸਿਸਟਰ ਜੀ, ਖੁਦਾ ਤੁਹਾਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਔਰ ਜਿਹੜੇ ਕਹਿੰਦੇ ਆ ਨਾ ਸਾਡੇ ਨਾਲ ਰੱਬ ਨੇ ਗੱਲ ਕੀਤੀ, ਸਾਡੇ ਨਾਲ ਖੁਦਾ ਨੇ ਗੱਲ ਕੀਤੀ, ਉਹਨਾਂ ਨੂੰ ਚੰਗਾ ਭਲਾ ਇਸ ਕਲਾਮ ਬਾਰੇ ਗਿਆਨ ਹੋ ਗਿਆ ਹੋਵੇਗਾ ਕਿ ਖੁਦਾ ਦੀ ਆਵਾਜ਼ ਕਿੱਦਾਂ ਦੀ ਆ ਔਰ ਕਿੱਦਾਂ ਗੱਲ ਕਰਦੀ ਆ। ਸਿਸਟਰ ਜੀ ਚੌਥੀ ਆਇਤ ਨੂੰ ਇੱਕ ਵਾਰੀ ਫੇਰ पढ़ियो। जी पास्टर जी, मैं पढ़ूं इसको। खुदावंद की आवाज में कुदरत है और खुदावंद की आवाज में जलाल है। खुदा दी आवाज ਵਿੱਚ ਕੀ ਆ ਜੀ? कुदरत। खुदा दी आवाज दूजी लाइन ਚ ਕੀ ਲਿਖਿਆ? खुदा दी आवाज जलाल है। खुदा दी आवाज ਵਿੱਚ ਜਲਾਲ ਆ, खुदा दी आवाज ਵਿੱਚ ਕੁਦਰਤ ਆ। ਔਰ ਖੁਦਾ ਦੀ ਆਵਾਜ਼ ਵਿੱਚ ਗੱਪਾਂ ਨਹੀਂ, ਖੁਦਾ ਦੀ ਆਵਾਜ਼ ਵਿੱਚ ਝੂਠ ਨਹੀਂ, ਖੁਦਾ ਦੀ ਆਵਾਜ਼ ਵਿੱਚ ਫਰੇਬ ਨਹੀਂ, ਖੁਦਾ ਦੀ ਆਵਾਜ਼ ਇਦਾਂ ਦੀ ਆ। ਅੱਜ ਆਪਾਂ ਸਾਰੇ ਜਿਹੜੇ ਸਿੱਖਾਂਗੇ। ਔਰ ਪੰਜਾਬੀ ਦੀ ਬਾਈਬਲ 'ਚ ਏਦਾਂ ਲਿਖਿਆ, ਭਾਵੇਂ ਉਰਦੂ 'ਚ ਲਿਖਿਆ ਵੀ ਖੁਦਾ ਦੀ ਆਵਾਜ਼ ਵਿੱਚ ਕੁਦਰਤ ਆ, ਜਲਾਲ ਆ। ਪੰਜਾਬੀ ਦੀ ਬਾਈਬਲ 'ਚ ਲਿਖਿਆ ਯਹੋਵਾ ਦੀ ਆਵਾਜ਼ ਜ਼ੋਰ ਵਾਲੀ ਹੈ, ਕਿਉਂਕਿ ਬਿਨਾ ਜ਼ੋਰ ਲਾਇਆ ਸਾਡੇ ਤੋਂ ਕੁਝ ਵੀ ਨਹੀਂ ਹੁੰਦਾ। ਜੇ ਪਾਸਟਰ ਤਰਸੇਮ ਸਾਹਿਬ ਆਪਣੇ ਕਮਰੇ ਦੇ ਵਿੱਚੋਂ ਮੋਟਰਸਾਈਕਲ ਬਾਹਰ ਕੱਢਣਾ, ਉਹ ਬਿਨਾ ਜ਼ੋਰ ਲਾਇਆ ਮੋਟਰਸਾਈਕਲ ਨਹੀਂ ਉਹ ਬਾਹਰ ਕੱਢ ਸਕਦੇ, ਭਾਵੇਂ ਉਹ ਤੋਂ ਬਾਅਦ ਕਿੱਕ ਮਾਰ ਕੇ ਉੱਤੇ ਬੈਠ ਕੇ ਜਿੱਥੇ ਮਰਜੀ ਜਾਣ। ਪਰ ਖੁਦਾ ਦੀ ਜਿਹੜੀ ਆਵਾਜ਼ ਆ ਉਹ ਇੰਨੀ ਜ਼ੋਰ ਵਾਲੀ ਆ, ਇੰਨੀ ਕੁਦਰਤ ਵਾਲੀ ਆ, ਇੰਨੀ ਜਲਾਲ ਵਾਲੀ ਆ ਕਿ ਖੁਦਾ ਨੇ ਜਦੋਂ ਮੂਸਾ ਨਾਲ ਗੱਲ ਕੀਤੀ ਸੀ, ਮੂਸਾ ਨੇ ਕਿਹਾ ਸੀ ਖੁਦਾ ਮੈਂ ਤੈਨੂੰ ਸਾਹਮਣੇ ਦੇਖਣਾ ਚਾਹੁੰਦਾ, ਪਰ ਖੁਦਾ ਨੇ ਕਿਹਾ ਮੂਸਾ ਤੂੰ ਮੈਨੂੰ ਦੇਖ ਨਹੀਂ ਸਕਦਾ। ਖੁਦਾ ਜਦੋਂ ਉਹਦੇ ਕੋਲ ਦੀ ਲੰਘਿਆ ਉਹਦੀਆਂ ਅੱਖਾਂ ਬੰਦ ਕੀਤੀਆਂ। ਖੁਦਾ ਨੂੰ ਜਦੋਂ ਮੂਸਾ ਨੇ ਪਿੱਛੋਂ ਦੇਖਿਆ ਉਹਦਾ ਚਿਹਰਾ ਸਾਰਾ ਫਟ ਗਿਆ ਔਰ ਜੇ ਅੱਗੇ ਉਹ ਦੇਖ ਲੈਂਦਾ। ਅਸੀਂ ਬਹੁਤ ਸਾਰੇ ਲੋਕ ਬਹੁਤ ਸਾਰੇ ਪ੍ਰੋਫੈਸੀਆਂ ਕਰਦੇ, ਬਹੁਤ ਸਾਰੇ ਪਾਸਟਰ, ਬਹੁਤ ਸਾਰੇ ਇਵੈਂਜਲਿਸਟ, ਬਹੁਤ ਸਾਰੇ ਲੋਕ ਅੱਜ ਵੀ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਆ ਔਰ ਲੋਕਾਂ ਨੂੰ ਵੀ ਧੋਖਾ ਦਿੰਦੇ ਆ, ਲੋਕਾਂ ਨੂੰ ਵੀ ਗੁੰਮਰਾਹ ਕਰਦੇ ਆ। ਆਪ ਤਾਂ ਅਸੀਂ ਗੁੰਮਰਾਹ ਹੈ ਹੀ, ਪਰ ਲੋਕਾਂ ਨੂੰ ਵੀ ਅਸੀਂ ਗੁੰਮਰਾਹ ਕਰਦੇ ਆ, ਕਿਉਂਕਿ ਅਸੀਂ ਕਹਿੰਦੇ ਲੈ ਮੇਰੇ ਨਾਲ ਤਾਂ ਖੁਦਾ ਨੇ ਗੱਲ ਕੀਤੀ, ਰਾਤੀ ਮੇਰੇ ਨਾਲ ਖੁਦਾ ਨੇ ਗੱਲ ਕੀਤੀ। ਪਾਸਟਰ ਤਸੀਮ ਜੀ ਅੱਜ ਤਾਂ ਤੁਹਾਨੂੰ ਜੋ ਪੀਐਸਮੈਨ ਨਾਲ ਅਸੀਂ ਇੱਕ ਦਿਨ ਅਸੀਂ ਗੱਲ ਕਰਦੇ ਸੀ, ਮੈਂ ਨਾਂ ਨਹੀਂ ਲਵਾਂਗਾ, ਅਸੀਂ ਸਾਰਿਆਂ ਨੇ ਮੈਂ ਸਰਮਨ ਸੁਣਾਇਆ ਔਰ ਸਾਰਿਆਂ ਨੇ ਕਿਹਾ ਜੀ ਪਾਸਟਰ ਲਖਵੀਰ ਲਈ ਦੁਆ ਕਰੋ। ਜਦੋਂ ਦੁਆ ਕੀਤੀ ਪਾਸਟਰ ਜੀ ਕਹਿੰਦੇ ਪਾਸਟਰ ਜੀ ਅੱਜ ਕੀ ਤੁਹਾਨੂੰ ਖੁਦਾ ਇੱਕ ਮੋਟਰਸਾਈਕਲ ਦੇਣ ਵਾਲਾ। ਹੋ ਸਕਦਾ ਉਹਨਾਂ ਨੂੰ ਆਵਾਜ਼ ਆਈ ਹੋਵੇ, ਪਰ ਉਹਨਾਂ ਨੂੰ ਮੈਂ ਕਿਹਾ ਜੀ ਮੇਰੇ ਕੋਲ ਮੋਟਰਸਾਈਕਲ ਹੈਗਾ, ਖੁਦਾ ਦਾ ਧੰਨਵਾਦ ਆ ਵੀ ਮੈਨੂੰ ਗੱਡੀ ਚਾਹੀਦੀ। ਜੇ ਖੁਦਾ ਦੀ ਆਵਾਜ਼ ਹੁੰਦੀ ਔਰ ਖੁਦਾ ਕਹਿੰਦਾ ਇਹ ਗੱਲ ਭਾਈ ਤੇਰੇ ਕੋਲ ਮੋਟਰਸਾਈਕਲ ਹੈਗਾ ਕਿ ਹੁਣ ਖੁਦਾ ਤੈਨੂੰ ਗੱਡੀ ਨਾਲ ਬਲੈਸ ਕਰਨ ਵਾਲਾ। ਔਰ ਮੈਂ ਪਾਸਟਰ ਤਰਸੇਮ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ, ਇਹਨਾਂ ਨੂੰ ਪਤਾ ਮੇਰੀਆਂ ਆਦਤਾਂ ਦਾ, ਮੈਂ ਇਹਨਾਂ ਨੂੰ ਕਿਹਾ ਸੀ ਅਗਰ ਖੁਦਾ ਮੈਨੂੰ ਇਸ ਵਾਰ ਇੱਕ ਮੋਟਰਸਾਈਕਲ ਹੋਰ ਦਿੰਦਾ ਔਰ ਆਹ ਪਹਿਲੇ ਮੋਟਰਸਾਈਕਲ ਦੀ ਚਾਬੀ ਆਪਾਂ ਉਸ ਬੰਦੇ ਨੂੰ ਉਸੇ ਟਾਈਮ ਫੜਾ ਦੇਣੀ ਆ ਜਿਹਨੂੰ ਜ਼ਰੂਰਤ ਹੈ ਜੀ ਪਾਸਟਰ ਤਰਸੇਮ ਮੈਂ ਗਲਤ ਕਹਿੰਦਾ ਤਾਂ ਜਿਸ ਤਰ੍ਹਾਂ ਤੁਸੀਂ ਮੈਂ ਗਲਤ ਬੋਲਦਾ। नहीं बिल्कुल ठीक कह रहे हैं पास्टर। खुदा दी आवाज, खुदा कहता यहोवा दी आवाज, जेड़ा दाऊद बादशाह अपनी जिंदगी दा तजर्बा बयान करदा, उस आवाज नूं बयान करदा, कहंदा खुदा दी आवाज आ। जे असीं पहली लाइन तो पढ़ांगे ते लिखिया हे परमेश्वर दे पुत्रो मन्नो, हे परमेश्वर दे पुत्रो मन्नो। असीं मंनदे ही नहीं, ਅਸੀਂ ਉਹਦੀ ਤਾਂ ਮੰਨਦੇ ਨਹੀਂ, ਅਸੀਂ ਆਪਣੀ ਮਨਾਉਣ ਨੂੰ ਫਿਰਦੇ ਆ। ਪ੍ਰਭੂ ਲੈ ਐਤਕੀ ਮੇਰੇ ਨਾਲ ਏਦਾਂ ਹੋ ਜਾਵੇ ਤਾਂ ਫਿਰ ਮੈਂ ਏਦਾਂ ਕਰ ਦੂੰ। ਸਾਡੇ ਬੱਚੇ ਪੇਪਰ ਪਾ ਕੇ ਆ ਕੇ ਕਹਿੰਦੇ ਪਾਸਟਰ ਜੀ ਸਾਡੇ ਲਈ ਦੁਆ ਕਰੋ, ਅਸੀਂ ਵਧੀਆ ਨੰਬਰ ਲੈ ਕੇ ਪਾਸ ਹੋ ਜਾਈਏ। ਉਹ ਭਾਈ ਦੁਆ ਪਹਿਲਾਂ ਕਰਾ ਲੈਂਦੇ, ਫਿਰ ਖੁਦਾ ਤੁਹਾਡੇ ਨਾਲ ਬੈਠ ਕੇ ਤੁਹਾਡੇ ਉਹਨਾਂ ਪੇਪਰਾਂ ਦੇ ਵਿੱਚ ਸਵਰਗਦੂਤ ਤੁਹਾਡੀ ਮਦਦ ਕਰਦੇ। ਉਸ ਵੇਲੇ ਤੁਸੀਂ ਮਦਦ ਮੰਗੀ ਨਹੀਂ, ਅੱਜ ਹੁਣ ਜਦੋਂ ਪੇਪਰ ਹੋ ਗਏ ਸਾਰਾ ਕੁਝ ਹੋ ਗਿਆ, ਹੁਣ ਤੁਸੀਂ ਖੁਦਾ ਤੋਂ ਮੰਗਦੇ, ਖੁਦਾ ਤੁਹਾਨੂੰ ਵਧੀਆ ਨੰਬਰ ਲੱਗਦੇ। ਖੁਦਾ ਕਹਿੰਦਾ ਹੇ ਪਰਮੇਸ਼ਰ ਦੇ ਪੁੱਤਰੋ ਮੰਨੋ, ਮਹਿਮਾ ਅਰ ਸਮਰੱਥਾ ਯਹੋਵਾ ਦੀ ਮੰਨੋ। ਕਿਉਂ? ਕਿਉਂਕਿ ਉਹਦੀ ਆਵਾਜ਼, ਜਦੋਂ ਅਸੀਂ ਇਹਦਾ ਟਾਈਟਲ ਦੇਖਦੇ ਹਾਂ ਤੇ ਲਿਖਿਆ ਯਹੋਵਾ ਦੀ ਆਵਾਜ਼, ਵੌਇਸ ਆਫ ਗॉड, ਰੱਬ ਦੀ ਆਵਾਜ਼, ਯਹੋਵਾ ਦੀ ਆਵਾਜ਼, ਪਰਮੇਸ਼ਰ ਦੀ ਆਵਾਜ਼। ਔਰ ਸੱਚਮੁੱਚ ਯਹੋਵਾ ਦੀ ਆਵਾਜ਼ ਜਿਹੜੀ ਉਹ ਕਿੱਦਾਂ ਦੀ ਹੈ, ਯਹੋਵਾ ਦੀ ਆਵਾਜ਼ ਅੱਜ ਅਸੀਂ ਇਹਦੇ ਬਾਰੇ ਚ ਸਿੱਖਣਾ। ਅਸੀਂ ਸਾਰੇ ਤਾਂ ਕਹਿੰਦੇ ਆ,
ਸਾਨੂੰ ਯਹੋਵਾ ਨੇ ਆਹ ਕਹਿਤਾ, ਅਸੀਂ ਏਦਾਂ ਕਿਹਾ, ਫਿਰ ਮੈਂ ਉਹਨੂੰ ਏਦਾਂ ਕਹਿਤਾ, ਫਿਰ ਮੈਨੂੰ ਏਦਾਂ ਹੋ ਗਿਆ, ਫਿਰ ਮੈਨੂੰ ਆਹ ਹੋ ਗਿਆ, ਮੇਰਾ ਆਹ ਹੋ ਗਿਆ। ਅਸੀਂ ਆਪਣੀਆਂ ਐਵੇਂ ਮਨ ਘੜਤ ਗੱਲਾਂ ਕਰਦੇ ਰਹਿੰਦੇ ਆ, ਆਪਣੇ ਦਿਲ ਦੀਆਂ ਐਵੇਂ ਬਣਾ ਕੇ ਗੱਲਾਂ ਕਰਦੇ ਰਹਿੰਦੇ ਆ। ਦੂਜੇ ਬੰਦੇ ਨੂੰ ਏਦਾਂ ਲੱਗਦਾ ਕੋਈ ਖੁਦਾ ਸਿਰਫ ਇਹਦੇ ਨਾਲ ਹੀ ਇਕੱਲੇ ਨਾਲ ਗੱਲ ਕਰਦਾ। ਮੈਂ ਆਪਣੀ ਜ਼ਿੰਦਗੀ ਦੀ ਗਵਾਹੀ ਦੇਣੀ ਚਾਹਾਂਗਾ। ਜਿਸ ਦਿਨ ਮੈਂ ਪਹਿਲੇ ਦਿਨ ਚਰਚ ਗਿਆ, ਉਸ ਦਿਨ ਇੱਕ ਸਿਸਟਰ ਗਵਾਹੀ ਦਿੰਦੀ ਸੀ, ਕਹਿੰਦੀ ਜੇ ਮੈਂ ਗਵਾਹੀ ਦੇਣ ਲੱਗਾ ਮੈਂ 2-2.5 ਘੰਟੇ ਮੇਰੀਆਂ ਗਵਾਹੀਆਂ ਨਹੀਂ ਮੁੱਕਣੀਆਂ, ਕਿਉਂਕਿ ਮੈਂ ਬਲੀਵ ਨਹੀਂ ਸੀ ਕਰਦਾ ਖੁਦਾਵੰਦ ਨੂੰ, ਮੈਂ ਜਾਣਦਾ ਨਹੀਂ ਸੀ, ਮੈਂ ਪਹਿਚਾਣਦਾ ਨਹੀਂ ਸੀ, ਮੈਂ ਕਲਾਮ ਨੂੰ ਨਹੀਂ ਸੀ ਪੜ੍ਹਿਆ, ਮੈਂ ਕਲਾਮ ਨੂੰ ਨਹੀਂ ਸੀ ਜਾਣਦਾ, ਮੈਂ ਦੁਆਵਾਂ ਨਹੀਂ ਕਰਦਾ, ਮੈਨੂੰ ਬਚਨ ਦੇ ਬਾਰੇ ਪਤਾ ਨਹੀਂ ਸੀ। ਪਰ ਮੈਂ ਉਸ ਵੇਲੇ ਪਿੱਛੇ ਬੈਠੇ ਨੇ ਇੱਕ ਗੱਲ ਕਹੀ, ਮੈਂ ਇਹ ਜਿਹੜੀ ਭੈਣ ਆ ਇਹ 1 ਨੰਬਰ ਦਾ ਝੂਠ ਬੋਲਦੀ। ਕਿਉਂ? ਕਿਉਂਕਿ ਕਹਿੰਦੀ ਮੈਂ 2-2.5 ਘੰਟੇ ਮੈਨੂੰ ਗਵਾਹੀਆਂ ਨੂੰ ਲੱਗ ਜਾਣ, ਜੇ ਮੈਂ ਗਵਾਹੀ ਦੇਵਾਂ ਪ੍ਰਭੂ ਨੇ ਮੇਰੇ ਨਾਲ ਇੰਨੇ ਕੰਮ ਕੀਤੇ। ਮੈਂ ਪ੍ਰਭੂ ਵਿਹਲਾ ਵੀ ਇਹਦੇ ਲਈ ਕੰਮ ਕਰੇ। ਪਰ ਅੱਜ ਜੇ ਖੁਦਾ ਮੈਂ ਕਹਾਂ ਨਾ, ਜੇ ਮੈਂ ਆਪਣੀ ਜ਼ਿੰਦਗੀ ਦੀ ਟੈਸਟਮਨੀ ਦੇਣੀ ਹੋਵੇ ਤਾਂ ਮੈਨੂੰ ਲੱਗਦਾ ਅਸੀਂ ਹਰ ਵਾਰ ਇੱਕ ਨਵੀਂ ਟੈਸਟਮਨੀ ਨਾਲ ਆਉਂਦੇ ਆ, ਹਰ ਵਾਰ ਇੱਕ ਨਵੀਂ ਟੈਸਟਮਨੀ ਦਿੰਦੇ ਆ। ਹਰ ਰੋਜ਼ ਸਾਡੀ ਜ਼ਿੰਦਗੀ 'ਚ ਖੁਦਾ ਨਵੀਆਂ ਟੈਸਟਮਨੀਆਂ ਦਿੰਦਾ ਔਰ ਨਵੀਆਂ ਗਵਾਹੀਆਂ ਦਿੰਦਾ। ਗੱਲ ਨਹੀਂ ਕਰਦਾ ਖੁਦਾ, ਸਾਨੂੰ ਸਮਝਾਉਂਦਾ, ਸਾਨੂੰ ਹਰ ਤਰੀਕੇ ਨਾਲ ਉਹਦਾ ਇੱਕ ਸਮਝਾਉਣ ਦਾ ਤਰੀਕਾ ਇੱਕ ਵੱਖਰਾ। ਸਾਡੇ ਵਾਂਗੂ ਨਹੀਂ, ਸਾਡੇ ਡੈਡੀ ਵਾਂਗੂ ਨਹੀਂ, ਮੰਨਣਾ ਤਾਂ ਕਿ ਨਹੀਂ ਮੰਨਣਾ, ਆਇਆ ਲੱਫੜ ਵੱਜੇ ਤੇਰੇ ਲੱਫੜ ਵੇ ਚੱਲ ਕੰਮ ਕਰ, ਏਦਾਂ ਨਹੀਂ ਸਾਨੂੰ ਖੁਦਾ ਕਹਿੰਦਾ। ਖੁਦਾ ਦਾ ਤਰੀਕਾ ਹੋ ਰਿਹਾ। ਖੁਦਾ ਸਾਨੂੰ ਬੜੇ ਪਿਆਰ ਨਾਲ ਸਮਝਾਉਂਦਾ, ਬਹੁਤ ਹੀ ਪਿਆਰ ਨਾਲ ਸਮਝਾਉਂਦਾ। ਔਰ ਖੁਦਾ ਦੀ ਆਵਾਜ਼ ਕਹਿੰਦਾ ਮਹਿਮਾ ਯਹੋਵਾ ਦੇ ਨਾਮ ਦੀ ਮੰਨੋ, ਪਵਿੱਤਰ ਵਾਸਤਰ ਵਿੱਚ ਯਹੋਵਾ ਨੂੰ ਮੱਥਾ ਟੇਕੋ। ਸਭ ਤੋਂ ਪਹਿਲਾਂ ਯਹੋਵਾ ਦੀ ਆਵਾਜ਼ ਕਿਹਨਾਂ ਤੱਕ ਪਹੁੰਚਦੀ ਹੈ? ਯਹੋਵਾ ਦੀ ਆਵਾਜ਼ ਕੌਣ ਸੁਣ ਸਕਦੇ ਆ? ਯਹੋਵਾ ਦੀ ਆਵਾਜ਼ ਕਿਹਨਾਂ ਦੇ ਦਿਲਾਂ ਦੇ ਵਿੱਚ ਬੈਠ ਸਕਦੀ ਆ? ਯਹੋਵਾ ਦੀ ਆਵਾਜ਼ ਕਿਹਨਾਂ ਦੇ ਦਿਮਾਗ ਦੇ ਵਿੱਚ ਜਾ ਸਕਦੀ ਆ? ਯਹੋਵਾ ਦੀ ਆਵਾਜ਼ ਕਿਹਨਾਂ ਦੇ ਦਿਲਾਂ ਦੇ ਵਿੱਚ ਘਰ ਕਰ ਸਕਦੀ ਆ? ਨੰਬਰ 1 ਪਰਮੇਸ਼ਰ ਕਹਿੰਦਾ ਹੇ ਪਰਮੇਸ਼ਰ ਦੇ ਪੁੱਤਰੋ ਮੰਨੋ। ਔਰ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਗੌਰ ਕਰੀਏ ਕਿ ਅਸੀਂ ਪਰਮੇਸ਼ਰ ਦੇ ਧੀਆਂ ਪੁੱਤਰ ਹੈ। ਧੀਆਂ ਪੁੱਤਰ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਮੇਰੇ ਤੋਂ ਵਧੀਆ ਹੋ, ਸਾਰੇ ਮੇਰੇ ਨਾਲੋਂ ਜ਼ਿਆਦਾ ਦੁਆਵਾਂ ਕਰਦੇ ਹੋ, ਮੇਰੇ ਨਾਲੋਂ ਜ਼ਿਆਦਾ ਤੁਸੀਂ ਕਲਾਮ ਦੀ ਨੌਲੇਜ ਰੱਖਦੇ ਹੋ, ਮੇਰੇ ਨਾਲੋਂ ਜ਼ਿਆਦਾ ਤੁਸੀਂ ਗੋਡੇ ਟੇਕ ਕੇ ਖੁਦਾ ਦੇ ਨਾਲ ਆਪਣਾ ਰਾਬਤਾ ਰੱਖਦੇ ਹੋ, ਮੇਰੇ ਨਾਲੋਂ ਵਧੀਆ ਤੁਸੀਂ ਪ੍ਰਸ਼ਿਸ਼ ਕਰਦੇ ਹੋ, ਮੇਰੇ ਨਾਲ ਵਧੀਆ ਸਾਰਾ ਕੁਝ ਕਰਦੇ ਹੋ। ਪਰ ਖੁਦਾ ਕਹਿੰਦਾ ਹੇ ਪਰਮੇਸ਼ਰ ਦੇ ਪੁੱਤਰੋ ਮੰਨੋ। ਸ਼ੈਤਾਨ ਦੇ ਪੁੱਤਰਾਂ ਨੂੰ ਨਹੀਂ ਕਿਹਾ। ਅਸੀਂ ਜੇ ਚਰਚ ਵਿੱਚ ਬੈਠੇ ਆ, ਖੁਦਾ ਦੇ ਕਲਾਮ ਨੂੰ ਸੁਣਦੇ ਆ, ਔਰ ਜਿੰਨਾ ਚਿਰ ਖੁਦਾ ਦੇ ਕਲਾਮ ਨੂੰ ਸੁਣਦੇ ਆ ਉਨਾ ਚਿਰ ਤਾਂ ਅਸੀਂ ਖੁਦਾ ਦੇ ਪੁੱਤਰ ਆ, ਖੁਦਾ ਦੀਆਂ ਧੀਆਂ ਆ। ਔਰ ਜਿੱਦਾਂ ਹੀ ਅਸੀਂ ਖੁਦਾ ਦੇ ਚਰਚ ਤੋਂ ਬਾਹਰ ਗਏ, ਫਿਰ ਨਹੀਂ ਭੈਣੇ ਆਹ ਕਿੱਦਾਂ, ਫਲਾਨੀ ਏਦਾਂ, ਧਮਕਾਨੀ ਏਦਾਂ, ਅਸੀਂ ਆਪਣੀਆਂ ਉਹ ਫਲਾਨਾ ਤਾਂ ਏਦਾਂ ਕਰਦਾ, ਧਮਕਾਨਾ ਏਦਾਂ ਕਰਦਾ, ਉਹਨੇ ਆਹ ਕੀਤਾ, ਅਸੀਂ ਆਪਣੀਆਂ, ਫਿਰ ਅਸੀਂ ਪਰਮੇਸ਼ਰ ਦੇ ਨਹੀਂ, ਫਿਰ ਅਸੀਂ ਸ਼ੈਤਾਨ ਦੇ ਧੀਆਂ ਪੁੱਤਰ ਹੁੰਦੇ ਆ। ਇੱਥੇ ਲਿਖਿਆ ਹੇ ਪਰਮੇਸ਼ਰ ਦੇ ਪੁੱਤਰੋ ਮੰਨੋ, ਮਹਿਮਾ ਸਮਰੱਥਾ ਯਹੋਵਾ ਦੀ ਮੰਨੋ। ਔਰ ਲਿਖਿਆ ਮਹਿਮਾ ਯਹੋਵਾ ਦੀ ਨਾਮ ਦੀ ਮੰਨੋ ਔਰ ਪਵਿੱਤਰ ਵਾਸਤਰ ਵਿੱਚ ਯਹੋਵਾ ਨੂੰ ਮੱਥਾ ਟੇਕੋ। ਔਰ ਅਸੀਂ ਕੀ ਕਰਦੇ ਆ? ਬਹੁਤ ਸਾਰੇ ਲੋਕ ਮੇਰੇ ਵਰਗੇ ਐਵੇਂ ਟੀ-ਸ਼ਰਟ ਪਾ ਕੇ, ਐਵੇਂ ਕੈਪਰੀ ਪਾ ਕੇ ਬਹਿ ਜਾਂਦੇ ਮੋਹਰੇ। ਉਹਨਾਂ ਨੂੰ ਪਤਾ ਵੀ ਇਹਦੇ ਵਿੱਚ ਜਿਹੜਾ ਦਿਖਣ ਤੇ ਉਹਦੇ ਲਈ ਜਦੋਂ ਗੱਲ ਕਰਦਾ। ਔਰ ਇਹ ਸਾਨੂੰ ਚਾਹੀਦਾ ਜਦੋਂ ਅਸੀਂ ਖੁਦਾ ਦੀ ਹਜ਼ੂਰੀ ਵਿੱਚ ਆਉਣਾ, ਜੇ ਅਸੀਂ ਚਾਹੁੰਦੇ ਆ ਖੁਦਾ ਸਾਡੇ ਨਾਲ ਗੱਲਬਾਤ ਕਰੇ, ਫਿਰ ਸਾਨੂੰ ਆਪਣੇ ਜਿਹੜੇ ਵਸਤਰ ਆ ਉਹ ਵੀ ਪਵਿੱਤਰ ਕਰਨ ਦੀ ਜ਼ਰੂਰਤ ਆ, ਸਾਫ਼ ਵਸਤਰ ਪਾਉਣ ਦੀ ਲੋੜ ਆ। ਅੱਗੇ ਲਿਖਿਆ ਯਹੋਵਾ ਦੀ ਆਵਾਜ਼ ਪਾਣੀਆਂ ਉੱਤੇ ਹੈ। ਅਸੀਂ ਵੀ ਪਾਣੀਆਂ ਦੇ ਥੱਲੇ, ਅਸੀਂ ਮੱਛੀਆਂ ਜਿਹੜੇ ਪਾਣੀਆਂ ਦੇ ਵਿੱਚ ਰਹਿੰਦੇ ਆ, ਵੀ ਸਾਨੂੰ ਯਹੋਵਾ ਦੀ ਆਵਾਜ਼ ਆਉਂਦੀ ਆ। ਕਿਉਂ ਪਾਣੀਆਂ ਦੇ ਉੱਤੇ ਯਹੋਵਾ ਦੀ ਆਵਾਜ਼? ਕਿਉਂਕਿ ਪਾਣੀ ਦੇ ਵਿੱਚ ਤਾਂ ਮੱਛੀਆਂ ਜਾਂ ਡੱਡੂ ਹੀ ਆ, ਜਾਂ ਪਾਣੀ 'ਚ ਰਹਿਣ ਵਾਲੇ ਜਾਨਵਰ ਆ, ਹਨਾ, ਮਗਰਮੱਛ ਵਗੈਰਾ। ਫਿਰ ਸਾਨੂੰ ਆਵਾਜ਼ ਖੁਦਾ ਦੀ ਕਿੱਦਾਂ ਆਉਂਦੀ ਆ? ਪਰ ਜਦੋਂ ਅਸੀਂ ਉਤਪਤ, ਜਦੋਂ ਪੈਦਾਇਸ਼ ਦੀ ਕਿਤਾਬ ਉਹਨੂੰ ਸ਼ੁਰੂ ਤੋਂ ਪੜ੍ਹਦੇ ਆ, ਉਹਦੇ ਤੇ ਲਿਖਿਆ ਔਰ ਜਦੋਂ ਆਦ ਵਿੱਚ, ਜਦੋਂ ਸ਼ੁਰੂ ਦੇ ਵਿੱਚ, ਜਦੋਂ ਕੁਛ ਵੀ ਨਹੀਂ ਸੀ, ਉਸ ਵੇਲੇ ਇੱਥੇ ਪਾਣੀ ਸੀ ਔਰ ਪਾਣੀ ਦੇ ਉੱਤੇ ਪਰਮੇਸ਼ਰ ਦਾ ਆਤਮਾ ਮੰਡਲਾਉਂਦਾ ਸੀ। ਆਤਮਾ ਜਿਹੜੀ ਆਵਾਜ਼ ਸੀ, ਪਰਮੇਸ਼ਰ ਦਾ ਸਾਊਂਡ ਸੀ, ਪਰਮੇਸ਼ਰ ਦੀ ਆਵਾਜ਼ ਸੀ ਜਿਹੜੀ ਉਹ ਪਾਣੀਆਂ ਦੇ ਉੱਤੇ ਸੀ।
ਉਹ ਧਰਤੀ ਤੇ ਕੁਝ ਵੀ ਨਹੀਂ ਸੀ, ਧਰਤੀ ਹੀ ਨਹੀਂ ਸੀ, ਇੱਥੇ ਸਿਰਫ ਪਾਣੀ ਪਾਣੀ ਸੀ ਔਰ ਉਹਦੇ ਉੱਤੇ ਪਰਮੇਸ਼ਰ ਦਾ ਆਤਮਾ ਮੰਡਲਾਉਂਦਾ ਸੀ, ਪਰਮੇਸ਼ਰ ਦੀ ਆਵਾਜ਼ ਸੀ। ਉਹ ਆਵਾਜ਼ ਕਿੱਦਾਂ ਸੀ? ਉਸ ਆਵਾਜ਼ ਨੇ ਜਦੋਂ ਕੰਮ ਕੀਤਾ, ਉਹਨੇ ਕਿਹਾ ਆ ਪਾਣੀ ਵੱਖਰਾ ਹੋ ਜਾਵੇ ਔਰ ਸੁੱਕੀ ਧਰਤੀ ਬਣ ਗਈ। ਉਸ ਆਵਾਜ਼ ਨੇ ਕਿਹਾ ਆਕਾਸ਼ ਬਣ ਜਾ, ਆਕਾਸ਼ ਬਣ ਗਿਆ। ਉਸ ਆਵਾਜ਼ ਨੇ ਕਿਹਾ ਦਿਨ ਬਣ ਜਾ, ਦਿਨ ਬਣ ਗਿਆ, ਰਾਤ ਬਣ ਜਾ, ਰਾਤ ਬਣ ਜਾ, ਸੂਰਜ ਤਾਰੇ ਬਣ ਜਾਓ, ਸਾਰਾ ਕੁਝ ਸਾਗ ਪੱਤ ਬਣ ਜਾ। ਉਸ ਆਵਾਜ਼ ਨੇ ਸਾਰਾ ਕੁਝ ਕੀਤਾ। ਜੇ ਅੱਜ ਜੋ ਕੁਝ ਅਸੀਂ ਦੇਖਦੇ ਹਾਂ, ਉਸ ਆਵਾਜ਼ ਦੁਆਰਾ, ਉਸ ਵੌਇਸ ਆਫ ਸਾਊਂਡ ਦੁਆਰਾ, ਗੋਡ ਦੁਆਰਾ ਅਸੀਂ ਅੱਜ ਇਸ ਸਾਰੀ ਗੱਲਬਾਤ ਨੂੰ ਅਸੀਂ ਜਦੋਂ ਦੇਖਦੇ ਹਾਂ, ਅਸੀਂ ਇੱਥੇ ਲਿਖਿਆ ਯਹੋਵਾ ਦੀ ਆਵਾਜ਼ ਪਾਣੀਆਂ ਉੱਤੇ ਹੈ। ਸਭ ਤੋਂ ਪਹਿਲਾਂ ਅਸੀਂ ਯਹੋਵਾ ਦੀ ਆਵਾਜ਼ ਨੂੰ ਜਦੋਂ ਅਸੀਂ ਬਾਈਬਲ ਨੂੰ ਪੜ੍ਹਨਾ, ਰੀਡਿੰਗ ਕਰਨਾ ਸ਼ੁਰੂ ਕਰਦੇ ਹਾਂ, ਉੱਥੇ ਏਦਾਂ ਲਿਖਿਆ ਸਾਫ਼ ਔਰ ਅੱਗੇ ਲਿਖਿਆ ਜਲਾਲ ਦਾ ਪਰਮੇਸ਼ਰ ਗਰਜਦਾ ਹੈ। ਗਰਜਦਾ ਮਤਲਬ ਜੋ ਕੁਛ ਉਹ ਕਹਿੰਦਾ ਉਹ ਕਰਦਾ ਆ। ਖੁਦਾ ਬਾਈਬਲ ਬਾਣੀ ਬਿਆਨ ਕਰਦੀ ਆ, ਉਹ ਵਾਅਦੇ ਦਾ ਮੱਠਾ ਨਹੀਂ, ਵਾਅਦੇ ਦਾ ਢਿੱਲਾ ਨਹੀਂ ਕਿ ਉਹ ਕਵੇ ਤੇ ਮੁੱਕਰ ਜਾਵੇ। ਜੇ ਉਹ ਕਵੇ ਉਹਨੇ ਕੀਤਾ ਨਹੀਂ। ਜੋ ਕੁਛ ਪਰਮੇਸ਼ਰ ਦੇ ਵਾਅਦੇ ਆ ਜਿਹੜੇ ਸਾਡੇ ਨਾਲ ਆ, ਉਹ ਅਟਲ ਆ, ਉਹ ਰਹਿਣੇ ਆ। ਔਰ ਸਾਨੂੰ ਸਿਰਫ ਔਰ ਸਿਰਫ ਖੁਦਾ ਦੀ ਆਵਾਜ਼ ਸੁਣਨ ਦੀ ਲੋੜ ਆ। ਅੱਗੇ ਲਿਖਿਆ ਯਹੋਵਾ ਵੱਡੇ ਪਾਣੀਆਂ ਦੇ ਉੱਤੇ ਹੈ। ਯਹੋਵਾ ਦੀ ਆਵਾਜ਼ ਜ਼ੋਰ ਵਾਲੀ ਆ। ਯਹੋਵਾ ਦੀ ਆਵਾਜ਼ ਜ਼ੋਰ ਵਾਲੀ ਆ। ਉਹ ਮੁਰਦਿਆਂ ਨੂੰ ਜੀਂਦੇ ਕਰ ਸਕਦੀ ਆ, ਅੰਨਿਆਂ ਨੂੰ ਅੱਖਾਂ ਦੇ ਸਕਦੀ ਆ। ਉਹ ਆਵਾਜ਼ ਜਦੋਂ ਸਾਡੇ ਬੋਲਿਆਂ ਦੇ ਕੰਨਾਂ 'ਚ ਪੈਂਦੀ ਆ ਤਾਂ ਬੋਲਿਆਂ ਨੂੰ ਸੁਣਨ ਲਾ ਦਿੰਦੀ ਆ। ਉਹ ਆਵਾਜ਼ ਜਦੋਂ ਸਾਡੇ ਦਿਮਾਗ ਰਾਹੀਂ ਸਾਡੀਆਂ ਅੱਖਾਂ ਤੱਕ ਆਉਂਦੀ ਆ, ਸਾਨੂੰ ਦੇਖਣ ਲੱਗ ਜਾਂਦਾ। ਉਹ ਆਵਾਜ਼ ਜਦੋਂ ਪਰਮੇਸ਼ਰ ਨੇ, ਪ੍ਰਭੂ ਯਿਸੂ ਮਸੀਹ ਨੇ ਲਾਜ਼ਰ ਨੂੰ ਮਾਰੀ, ਲਾਜ਼ਰ ਕਬਰ ਤੋਂ ਬਾਹਰ ਆ ਜਾ। ਭਾਵੇਂ ਉਹ ਲਾਜ਼ਰ ਦੀ ਭੈਣ ਜਿਹੜੀ ਮਰੀਅਮ ਸੀ, ਉਹ ਕਹਿੰਦੀ ਸੀ ਪ੍ਰਭੂ ਉਹਨੂੰ ਤਾਂ ਮਰੇ ਨੂੰ 4 ਦਿਨ ਹੋ ਗਏ, ਉਹ ਤੋਂ ਤਾਂ ਹੁਣ ਸੜਿਆਨ ਆਉਂਦੀ ਹੋਣੀ ਆ, ਉਹ ਤੋਂ ਹੁਣ ਬਦਬੂ ਆਉਂਦੀ ਹੋਣੀ ਆ, ਤੂੰ ਰਹਿਣ ਦੇ, ਅਸੀਂ ਨਹੀਂ ਉਹਨੂੰ ਕੱਢਣਾ, ਉਹ ਤੋਂ ਤਾਂ ਬਦਬੂ ਆਉਂਦੀ ਹੋਣੀ। ਪਰ ਪ੍ਰਭੂ ਨੇ ਜਦੋਂ ਆਪਣੇ ਮੂੰਹ ਤੋਂ ਉਹ ਆਵਾਜ਼ ਕੱਢੀ, ਇਹ ਲਾਜ਼ਰ ਬਾਹਰ ਆ, ਤਾਂ ਫਿਰ ਕੀ ਹੋਇਆ? ਲਾਜ਼ਰ ਸਮੇਤ ਆਪਣੇ ਆਲੇ ਦੁਆਲੇ। ਤੁਸੀਂ ਕਦੇ ਹਸਪੀਟਲ ਦੇ ਵਿੱਚੋਂ ਮੁਰਦਾ ਆਉਂਦਾ ਦੇਖਿਆ? ਔਰ ਜਿਨ੍ਹਾਂ ਨੇ ਦੇਖਿਆ ਉਹ ਮੁਰਦੇ ਨੂੰ ਐਨ ਪੂਰਾ ਕੱਪੜੇ ਨਾਲ ਏਦਾਂ ਬਲੇਡ ਕੇ ਐਨ ਲਪੇਟਿਆ ਹੁੰਦਾ। ਉਹ ਤੁਰ ਨਹੀਂ ਸਕਦਾ, ਬੈਠ ਨਹੀਂ ਸਕਦਾ, ਹਿੱਲ ਨਹੀਂ ਸਕਦਾ, ਕੁਛ ਵੀ ਨਹੀਂ ਕਰ ਸਕਦਾ। ਪਰ ਮੇਰੇ ਭਾਈ ਭੈਣ, ਆਪਾਂ ਫੇਰ ਕਿਤੇ ਗੱਲ ਕਰਾਂਗੇ। ਲਾਜ਼ਰ ਕਬਰ ਚੋਂ ਬਾਹਰ ਆਇਆ, ਪਰ ਉਹ ਕਿੱਦਾਂ ਆਇਆ? ਜਦੋਂ ਐਨ ਏਦਾਂ ਆਪਾਂ ਲਪੇਟ ਕੇ ਰੱਖਿਆ ਸੀ, ਸਾਰਾ ਲਪੇਟਿਆ ਸੀ ਉਹਨੂੰ ਕੱਪੜੇ ਦੇ ਨਾਲ, ਫਿਰ ਕਿੱਦਾਂ ਤੁਰ ਪਿਆ, ਕਿੱਦਾਂ ਬਾਹਰ ਆ, ਉਹਦੀ ਗੱਲ ਬਾਅਦ ਚ ਕਰਾਂਗੇ, ਕਿਉਂਕਿ ਹੁਣ ਆਪਣੇ ਕੋਲ ਟਾਈਮ ਨਹੀਂ। ਕਿਉਂਕਿ ਅਸੀਂ ਜਿਹੜੀ ਅੱਜ ਗੱਲ ਕਰਦੀ, ਜਿਸ ਟਰੈਕ ਤੇ ਅਸੀਂ ਜਾ ਰਹੇ ਹਾਂ, ਉਹ ਖੁਦਾਵੰਦ ਦੇ ਆਵਾਜ਼ ਦੀ ਗੱਲ ਆ। ਯਹੋਵਾ ਦੀ ਆਵਾਜ਼ ਜ਼ੋਰ ਵਾਲੀ ਆ। ਜੇ ਖੁਦਾ ਨੇ ਆਵਾਜ਼ ਦਿੱਤੀ ਆ, ਉਸ ਖੁਦਾ ਦੇ ਬੇਟੇ ਪ੍ਰਭੂ ਯਿਸੂ ਜੀ ਨੇ ਆਵਾਜ਼ ਦਿੱਤੀ ਆ, ਲਾਜ਼ਰ ਕਬਰ ਤੋਂ ਬਾਹਰ ਆ ਜਾ। ਉਹ ਕਬਰ ਤੋਂ ਬਾਹਰ ਆ ਗਿਆ। ਜੇ ਉਹ ਆਵਾਜ਼ ਜਿਹੜੀ ਜ਼ੋਰ ਵਾਲੀ ਆ, ਉਸ ਅਧਰੰਗੀ ਨੂੰ ਕਿਹਾ ਆਪਣੀ ਮੰਜੀ ਚੁੱਕ ਤੇ ਤੁਰ। ਕੀ ਹੋਇਆ? ਉਹ ਮੰਜੀ ਛੱਡ ਕੇ ਨਹੀਂ ਗਿਆ, ਆਪਣੀ ਮੰਜੀ ਚੱਕ ਕੇ ਤੁਰ ਪਿਆ। ਉਹ ਆਵਾਜ਼ ਜਦੋਂ ਖੁਦਾਬੰਦ ਪ੍ਰਭੂ ਯਿਸੂ ਮਸੀਹ ਨੇ ਕਿਹਾ, ਪਿਤਾ, ਜਦੋਂ ਸਲੀਬ ਉੱਤੇ ਵੀ ਸੀਗਾ, ਫਿਰ ਵੀ ਉਹਨੇ ਕਿਹਾ ਪਿਤਾ ਇਹ ਨਹੀਂ ਜਾਣਦੇ ਇਹ ਕੀ ਕਰਦੇ, ਇਹਨਾਂ ਨੂੰ ਮਾਫ ਕਰ। ਉਹ ਆਵਾਜ਼ ਜ਼ੋਰ ਵਾਲੀ ਆ। ਯਹੋਵਾ ਦੀ ਆਵਾਜ਼ ਸ਼ਾਨਦਾਰ ਹੈ। ਯਹੋਵਾ ਦੀ ਆਵਾਜ਼ ਇੰਨੀ ਸ਼ਾਨਦਾਰ ਹੈ, ਇੰਨੀ ਮਿਠਾਸ ਵਾਲੀ ਆ। ਔਰ ਅਸੀਂ ਦੇਖਦੇ ਹਾਂ ਜਦੋਂ ਜਿਹੜੇ ਸਵਰਗਦੂਤ ਆ, ਜਿਹੜੇ ਜਦੋਂ ਉਹ ਆਪਣੇ ਖੰਭ ਵੀ ਹਿਲਾਉਂਦੇ ਸੀ, ਉਹਨਾਂ ਦੇ ਵਿੱਚੋਂ ਸੁਰੰਗਾਂ ਨਿਕਲਦੀਆਂ, ਆਵਾਜ਼ਾਂ ਨਿਕਲਦੀਆਂ ਸੀ। ਉਹ ਆਵਾਜ਼ ਜਿਹੜੀ ਪ੍ਰਭੂ ਯਿਸੂ ਮਸੀਹ ਦੀ ਆਵਾਜ਼ ਆ, ਜਿਹੜੀ ਪ੍ਰਭੂ ਯਿਸੂ ਮਸੀਹ ਜਦੋਂ ਸਾਡੇ ਨਾਲ ਗੱਲਬਾਤ ਕਰਦਾ, ਬੋਲਦਾ ਮੇਰਾ ਯਿਸੂ ਬੋਲਦਾ, ਇਹ ਜਿਹੜੀ ਕਲਾਮ ਦੀ ਆਵਾਜ਼ ਆ, ਇੰਨੀ ਮਿਠਾਸ ਵਾਲੀ ਆ, ਇੰਨੀ ਪਿਆਰ ਵਾਲੀ ਆ। ਅਸੀਂ ਜਦੋਂ ਸੁਣਦੇ ਆ, ਬਹੁਤ ਸਾਰੇ ਪਾਸਟਰ ਆ, ਬਹੁਤ ਸਾਰੇ ਏਦਾਂ ਦੇ ਪਾਸਟਰ ਆ, ਉਹ ਕਲਾਮ ਹੀ ਤਰ੍ਹਾਂ ਸੁਣਾਉਣਗੇ, ਉਹ ਭਾਈ ਜੇ ਤੁਸੀਂ ਦਸਵੰਧ ਨਹੀਂ ਦਿੱਤੀ, ਆ ਤੁਹਾਡਾ ਗੱਡੀ ਖਰਾਬ ਹੋ ਜਾਣੀ ਹੈ, ਜੇ ਤੁਸੀਂ ਚੰਦਾ ਨਹੀਂ ਪਾਇਆ, ਆ ਤੁਹਾਡੇ ਘਰ ਜਾ ਕੇ ਬਿਮਾਰੀ ਆ ਜਾਣੀ ਆ, ਜੇ ਅਸੀਂ ਆਹ ਨਹੀਂ ਕੀਤੀ ਤੁਹਾਡੇ ਐ ਹੋ ਜਾਣੀ ਹੈ, ਤੁਹਾਡੇ ਨਥਿੰਗ। ਗਲਤ ਆ, ਬਿਲਕੁਲ, ਇਹ ਬਿਲਕੁਲ ਉਹ ਗਲਤ ਆ, ਕਿਉਂਕਿ ਖੁਦਾ ਦੀ ਆਵਾਜ਼ ਇੱਦਾਂ ਦੀ ਨਹੀਂ ਹੈਗੀ। ਖੁਦਾ ਕਿਸੇ ਨੂੰ ਹਲਾਕ ਕਰਨਾ ਨਹੀਂ ਉਹ ਚਾਹੁੰਦਾ। ਖੁਦਾ ਦਾ ਕਲਾਮ ਦੱਸਦਾ, ਕਹਿੰਦਾ ਖੁਦਾ ਕਹਿੰਦਾ ਮੈਨੂੰ ਕਿਸੇ ਦੀ ਮੌਤ ਤੋਂ ਖੁਸ਼ੀ ਨਹੀਂ ਮਿਲਦੀ। ਔਰ ਖੁਸ਼ ਕਦੋਂ ਹੁੰਦੇ ਆ? ਜਦੋਂ ਇੱਕ ਆਦਮੀ ਇਸ ਧਰਤੀ ਦੇ ਉੱਤੇ ਆਪਣੇ ਪਾਪਾਂ ਤੋਂ ਤੌਬਾ ਕਰਦਾ ਆ, ਪਾਪਾਂ ਨੂੰ ਮੰਨਦਾ ਆ,
ਤੌਬਾ ਕਰਦਾ, ਫਿਰ ਲੱਖਾਂ ਲੱਖ ਫਰਿਸ਼ਤੇ ਖੁਦਾਵੰਦ ਦੇ ਨਾਮ ਨੂੰ ਚਲਾ ਦਿੰਦੇ ਆ। ਉਹ ਫਿਰ ਉੱਥੇ ਤਾੜੀਆਂ ਵਜਾਉਂਦੇ ਨੇ, ਜਕਾਰੇ ਗਜਾਉਂਦੇ ਨੇ, ਖੁਸ਼ੀ ਮਨਾਉਂਦੇ ਨੇ, ਕਿਉਂਕਿ ਖੁਦਾ ਦੀ ਆਵਾਜ਼ ਸ਼ਾਨ ਵਾਲੀ ਹੈ। ਅੱਗੇ ਲਿਖਿਆ 5ਵੀਂ ਆਇਤ ਵਿੱਚ ਲਿਖਿਆ, ਯਹੋਵਾ ਦੀ ਆਵਾਜ਼ ਦਿਆਰਾਂ ਨੂੰ ਤੋੜ ਦਿੰਦੀ ਹੈ। ਏਦਾਂ ਦੀ ਆਵਾਜ਼ ਆ, ਜਦੋਂ ਸੁਣਦੇ ਆ ਦਿਆਰ ਵੀ ਪਾਟ ਜਾਂਦੇ ਨੇ। ਜਿਹੜੀਆਂ ਕਬਰਾਂ ਆ ਉਹ ਪਾਟ ਜਾਂਦੀਆਂ ਨੇ, ਔਰ ਜਿਹੜੇ ਦਰਖਤ ਆ ਉਹ ਪਾਟ ਜਾਂਦੇ ਨੇ, ਦਰਖਤ ਟੁੱਟ ਜਾਂਦੇ ਨੇ। ਔਰ ਏਦਾਂ ਦੀ ਆਵਾਜ਼ ਆ ਖੁਦਾਵੰਦ ਦੀ, ਜਦੋਂ ਖੁਦਾ ਗਜ਼ਬ ਨਾਲ ਬੋਲਦਾ, ਜ਼ੋਰ ਨਾਲ ਬੋਲਦਾ, ਫਿਰ ਉਹਦੀ ਆਵਾਜ਼ ਨੂੰ ਕੋਈ ਸਹਾਰ ਨਹੀਂ ਸਕਦਾ। ਲਿਖਿਆ ਕਲਾਮ ਦੇ ਵਿੱਚ, ਜਦੋਂ ਸਗੋਂ ਯਹੋਵਾ ਲਬਾਨੋਨ ਦੇ ਦਿਆਰਾਂ ਨੂੰ ਤੋੜ ਸੁੱਟਦਾ ਹੈ, ਉਹ ਉਹਨਾਂ ਨੂੰ ਬੱਚੇ ਵਾਂਗ, ਲਬਾਨੋਨ ਅਰ ਸਿਯੋਨ ਨੂੰ ਜੰਗਲੀ ਬੱਚੇ ਵਾਂਗ ਕਦਾਉਂਦਾ ਹੈ। ਯਹੋਵਾ ਦੀ ਆਵਾਜ਼ ਅੱਗ ਦੀਆਂ ਲਾਟਾਂ ਵਿੱਚ ਪਾਟਦੀ ਹੈ। ਯਹੋਵਾ ਦੀ ਆਵਾਜ਼ ਅੱਗ ਦੀਆਂ ਲਾਟਾਂ ਵਰਗੀ ਹੈ। ਔਰ ਅਸੀਂ ਇਸ ਆਵਾਜ਼ ਨੂੰ ਦੇਖਦੇ ਆ, ਅਸੀਂ ਇਸ ਆਵਾਜ਼ ਨੂੰ ਇੱਕ ਛੋਟੀ ਜਿਹੀ ਗੱਲ ਮੰਨ ਕੇ ਚੱਲ ਪੈਂਦੇ ਆ ਕਿ ਯਹੋਵਾ ਮੇਰੇ ਨਾਲ ਗੱਲ ਕਰਦਾ। ਪਰ ਲਿਖਿਆ, ਯਹੋਵਾ ਦੀ ਆਵਾਜ਼ ਉਜਾੜ ਨੂੰ ਹਿਲਾਉਂਦੀ ਹੈ, ਯਹੋਵਾ ਦਾ ਦੇਸ਼ ਦੀ ਉਜਾੜ ਨੂੰ ਹਿਲਾਉਂਦੀ ਹੈ। ਯਹੋਵਾ ਦੀ ਆਵਾਜ਼ ਹਰਨੀਆਂ ਨੂੰ ਪੀੜ ਲਾ ਦਿੰਦੀ ਆ ਅਤੇ ਜੰਗਲਾਂ ਨੂੰ ਝਾੜ ਸੁੱਟਦੀ ਆ। ਜਿਹੜੀ ਯਹੋਵਾ ਦੀ ਆਵਾਜ਼ ਆ, ਜਦੋਂ ਯਹੋਵਾ ਬੋਲਦਾ, ਫਿਰ ਯਹੋਵਾ ਦੀ ਆਵਾਜ਼ ਸਾਡੇ ਜਦੋਂ ਕੰਨਾਂ 'ਚ ਪੈਂਦੀ ਆ, ਫਿਰ ਸਾਡੇ ਸਾਰੇ ਅੰਦਰਲੇ, ਯਹੋਵਾ ਜਦੋਂ ਬੋਲਦਾ, ਜਿਨ੍ਹਾਂ ਨੂੰ ਯਹੋਵਾ ਦੀ ਆਵਾਜ਼ ਸੁਣਦੀ ਆ, ਮੇਰੇ ਭਾਈ ਭੈਣੋ ਇੱਕ ਗੱਲ ਅੱਜ ਪੱਕੀ ਯਾਦ ਰੱਖਿਓ, ਲੜ ਬੰਨ ਕੇ ਲੈ ਜਾਓ। ਇੱਕ ਮੈਂ ਤੁਹਾਨੂੰ ਚਾਬੀ ਦੇ ਜਾਣੀ ਅੱਜ ਉਸ ਆਵਾਜ਼ ਦੀ। ਜਿਨ੍ਹਾਂ ਮੇਰੇ ਭਰਾਵਾਂ ਨੇ, ਮੇਰੀਆਂ ਭੈਣਾਂ ਨੇ, ਮੇਰੇ ਤੋਂ ਵੱਡਿਆਂ ਨੇ, ਮੇਰੇ ਤੋਂ ਛੋਟਿਆਂ ਨੇ, ਸਾਡੇ ਬੱਚਿਆਂ ਨੇ, ਸਾਡੇ ਸੀਨੀਅਰਾਂ ਨੇ, ਜਿਨ੍ਹਾਂ ਨੇ ਖੁਦਾਵੰਦ ਦੀ ਆਵਾਜ਼ ਨੂੰ ਅੱਜ ਸੁਣ ਲਿਆ, ਅੱਜ ਜਿਨ੍ਹਾਂ ਦੇ ਕੰਨਾਂ ਦੁਆਰਾ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਆਵਾਜ਼ ਅੱਜ ਖੁਦਾ ਦੀ ਚੱਲ ਗਈ, ਉਹਨਾਂ ਨੇ ਸ਼ੈਤਾਨ ਦੀ ਉਹ ਗੱਲ ਨਹੀਂ ਮੰਨਣੀ। ਜਿਨ੍ਹਾਂ ਨੂੰ ਅੱਜ ਖੁਦਾ ਦੀ ਆਵਾਜ਼ ਸਮਝ ਆਉਣੀ ਸ਼ੁਰੂ ਹੋ ਗਈ, ਉਹ ਹੌਲੀ ਹੌਲੀ ਖੁਦਾ ਵੱਲ ਨੂੰ ਵੱਧਦੇ ਜਾਣਗੇ। ਜਿੱਦਾਂ ਖੁਦਾ ਦੀ ਆਵਾਜ਼ ਨੂੰ ਸੁਣਦੇ ਜਾਣਗੇ, ਖੁਦਾ ਵੱਲ ਨੂੰ ਵੱਧਦੇ ਜਾਣਗੇ, ਫਿਰ ਪਿੱਛੇ ਮੁੜ ਕੇ ਸ਼ੈਤਾਨ ਵੱਲ ਨੂੰ ਨਹੀਂ ਦੇਖਣਗੇ। ਔਰ ਜੇ ਅਸੀਂ ਖੁਦਾ ਦੀ ਆਵਾਜ਼ ਨੂੰ ਅੱਜ ਨਹੀਂ ਸੁਣਦੇ, ਮੈਂ ਇਸ ਕਰਕੇ ਤੁਹਾਨੂੰ ਕਿਹਾ ਸੀ ਆਪਣੇ ਕੈਮਰੇ ਔਨ ਕਰਕੇ ਰੱਖੋ, ਕਿਉਂਕਿ ਅੱਜ ਖੁਦਾ ਤੁਹਾਡੇ ਨਾਲ ਬੋਲਣ ਵਾਲਾ ਆ, ਅੱਜ ਖੁਦਾ ਤੁਹਾਡੇ ਨਾਲ ਗੱਲਬਾਤ ਕਰਨ ਵਾਲਾ ਆ। ਅੱਜ ਖੁਦਾ ਦੀ ਆਵਾਜ਼ ਨੂੰ ਜਦੋਂ ਅਸੀਂ ਸੁਣਦੇ ਆ, ਸਾਡੇ ਜਿਹੜੇ ਕਲਾਮ ਨੂੰ ਅਸੀਂ ਸੁਣਦੇ ਆ, ਕਲਾਮ ਸਾਡੇ ਕੰਨਾਂ ਰਾਹੀਂ ਆਪਣੇ ਦਿਲ ਦੇ ਵਿੱਚ ਜਾਂਦਾ, ਦਿਮਾਗ ਦੇ ਵਿੱਚ ਜਾਂਦਾ। ਫਿਰ ਜੇ ਘਰ ਕਰ ਜਾਵੇ, ਫਿਰ ਅਸੀਂ ਉਸ ਆਵਾਜ਼ ਨੂੰ ਆਪਣੇ ਦਿਲਾਂ 'ਚ ਬਿਠਾ ਲਈਏ, ਫਿਰ ਉਹ ਸਾਡੇ ਅੰਦਰਲੀਆਂ ਸਾਰੀਆਂ ਬਿਮਾਰੀਆਂ ਨੂੰ ਖਤਮ ਕਰ ਦਿੰਦੀ ਆ, ਸਾਰੀਆਂ ਲਸਾਰੀਆਂ ਨੂੰ ਖਤਮ ਕਰ ਦਿੰਦੀ ਆ, ਤਕਲੀਫਾਂ ਨੂੰ ਖਤਮ ਕਰ ਦਿੰਦੀ ਆ, ਹਰ ਸ਼ੈਤਾਨ ਦਾ ਅੱਡਾ ਸਾਡੇ ਅੰਦਰੋਂ ਭੰਨ ਸੁੱਟਦੀ ਆ। ਔਰ ਖੁਦਾ ਸਾਡੇ ਨਾਲ ਸਾਹਮਣੇ ਫਿਰ ਜਦੋਂ ਗੱਲਬਾਤ ਕਰਦਾ, ਫਿਰ ਸਾਨੂੰ ਕਿਸੇ ਚੰਗੀ ਚੀਜ਼ ਦੀ ਥੋੜ ਨਹੀਂ ਰਹਿੰਦੀ। ਖੁਦਾ ਦਾ ਕਲਾਮ ਦੱਸਦਾ, ਮੇਰੀਆਂ ਗੱਲਾਂ ਤੁਹਾਡੇ ਵਿੱਚ ਔਰ ਤੁਸੀਂ ਮੇਰੇ ਵਿੱਚ ਬਣੇ ਰਹੋ, ਦੁਨੀਆ ਦੀ ਹਰ ਇੱਕ ਚੀਜ਼ ਤੁਹਾਨੂੰ ਪਿੱਛੇ ਪੈ ਕੇ ਮਿਲੂਗੀ। ਔਰ ਖੁਦਾ ਸੱਚਮੁੱਚ ਜਦੋਂ ਖੁਦਾ ਦੀ ਆਵਾਜ਼ ਨੂੰ ਅਸੀਂ ਸੁਣਦੇ ਹਾਂ, ਖੁਦਾ ਦੀ ਆਵਾਜ਼ ਨੂੰ ਹਰ ਰੋਜ਼ ਇੱਕ ਪਾਸਟਰ ਤੋਂ ਅਸੀਂ ਸਵੇਰ ਨੂੰ, ਇੱਕ ਸ਼ਾਮ ਨੂੰ, ਵਿੱਚ ਵਿਚਾਲੇ ਦੁਪਹਿਰ ਨੂੰ ਵੀ ਕਦੇ ਸੁਣ ਲੈਂਦੇ ਹਾਂ। ਜਦੋਂ ਅਸੀਂ ਸੁਣ ਲੈਂਦੇ ਹਾਂ, ਜੇ ਅਸੀਂ ਸਾਰੀ ਆਵਾਜ਼ ਨੂੰ ਸੁਣ ਕੇ ਆਪਣੇ ਦਿਲਾਂ 'ਚ ਬਿਠਾ ਲਈਏ, ਫਿਰ ਖੁਦਾ ਸਾਡੇ ਨਾਲ ਆਪਣਾ ਰਾਬਤਾ ਕਰਦਾ। ਖੁਦਾ ਕਹਿੰਦਾ, ਫਿਰ ਤੁਸੀਂ ਮੇਰੇ ਮਿੱਤਰ ਹੋ, ਤੁਸੀਂ ਮੇਰੇ ਭਰਾ ਹੋ, ਮੇਰੇ ਦੋਸਤ ਹੋ, ਮੇਰੇ ਹੋ, ਮੇਰਾ ਸਾਰਾ ਕੁਛ ਹੀ ਆ ਤੁਸੀਂ। ਔਰ ਖੁਦਾ ਆਪਾਂ ਜ਼ਿਆਦਾ ਮੇਰੇ ਕੋਲ ਟਾਈਮ ਲੱਗਦਾ, ਤਕਰੀਬਨ ਲਗਭਗ ਮੇਰੇ ਟਾਈਮ ਖਤਮ ਹੋਣ ਵਾਲਾ, ਮੈਂ ਜਲਦੀ ਤੁਹਾਨੂੰ ਅੱਜ ਤਾਂ ਹੀ ਦੱਸ ਦੇਵਾਂਗਾ, ਐਕਸਪਲੇਨ ਕਰਨ ਦਾ ਮੇਰੇ ਕੋਲ ਟਾਈਮ ਨਹੀਂ। ਕਿਉਂਕਿ ਜਦੋਂ ਅਸੀਂ ਉਤਪਤ 3 ਅਧਿਆਏ ਉਹਦੀ 9 ਆਇਤ ਨੂੰ ਦੇਖਦੇ ਹਾਂ, ਫਿਰ ਖੁਦਾ ਨੇ ਠੰਡੇ ਵਕਤ ਆਦਮ ਨੂੰ ਆਵਾਜ਼ ਮਾਰੀ, ਆਦਮ ਤੂੰ ਕਿੱਥੇ ਆ। ਔਰ ਜਦੋਂ ਅਸੀਂ ਖਰੂਚ 3 ਅਧਿਆਏ ਉਹਦੀ 5 ਤੇ 6 ਆਇਤ ਨੂੰ ਦੇਖਦੇ ਹਾਂ, ਫਿਰ ਮੂਸਾ ਨੂੰ ਖੁਦਾ ਨੇ ਆਵਾਜ਼ ਮਾਰੀ, ਐ ਮੂਸਾ ਅੱਜ ਜਿੱਥੇ ਤੂੰ ਆਉਣਾ ਹੈ ਨਾ, ਆਪਣੀ ਜੁੱਤੀ ਬਾਹਰ ਲਾ, ਕਿਉਂਕਿ ਇਹ ਪਵਿੱਤਰ ਜਗ੍ਹਾ। ਜਦੋਂ ਅਸੀਂ ਸੈਮੂਅਲ ਦੀ ਕਿਤਾਬ, ਪਹਿਲਾ ਸੈਮੂਅਲ ਉਹਦਾ 3 ਅਧਿਆਏ ਉਹਦੀ 3 ਤੇ 4 ਆਇਤ ਨੂੰ ਦੇਖਦੇ ਹਾਂ, ਉੱਥੇ ਲਿਖਿਆ ਖੁਦਾ ਨੇ ਸੈਮੂਅਲ ਨੂੰ ਆਵਾਜ਼ ਮਾਰੀ, ਸੈਮੂਅਲ ਨੱਠ ਗਿਆ, ਆਪਣੇ ਉਸਤਾਦ ਕੋਲ ਚਲ ਗਿਆ। ਔਰ ਦੁਬਾਰਾ ਫੇਰ ਆਵਾਜ਼ ਮਾਰੀ, ਉਹ ਖੁਦਾ ਫਿਰ ਸੈਮੂਅਲ ਭੱਜ ਕੇ ਆਪਣੇ ਉਸਤਾਦ ਕੋਲ ਗਿਆ। ਜਦੋਂ ਤੀਜੀ ਵਾਰੀ ਆਵਾਜ਼ ਮਾਰੀ, ਫਿਰ ਉਹ ਕਹਿੰਦਾ, ਨਹੀਂ ਤੂੰ ਜਾ ਕੇ ਕਹਿ
मैं जागना, मैं तेरा दास, मैं सुनना, तू खुदा मेरे नाल गल कर। और जब असीं रसूलां दे किताबों दा 3 अध्याय दी 3 ते 4 आयत नूं देखदे हां, खुदा ने सौलस नूं भी आवाज दित्ती, सौलस ऐ सौलस तू मेरे लोकां नूं क्यों सताउणा आ। ਜਦੋਂ ਅਸੀਂ ਮੱਤੀ ਦੀ ਅੰਜੀਲ ਦਾ 11 ਅਧਿਆਇ ਦੀ 28 ਆਇਤ ਨੂੰ ਦੇਖਦੇ ਹਾਂ ਤੇ ਸਾਨੂੰ ਪਰਮੇਸ਼ਰ ਦੀ ਆਵਾਜ਼ ਇੱਕ ਇਹ ਕਹਿੰਦੀ ਆ, ਐ ਥੱਕੇ ਟੁੱਟੇ ਤੇ ਬੋਝ ਹੇਠ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਸਾਨੂੰ ਵੀ ਖੁਦਾ ਦੀ ਆਵਾਜ਼ ਆ, ਸਾਨੂੰ ਵੀ ਖੁਦਾ ਆਰਾਮ ਦੇਣਾ ਚਾਹੁੰਦਾ। ਅੱਜ ਉਹ ਆਵਾਜ਼ ਜਦੋਂ ਇਬਰਾਨੀਆਂ 3 ਅਧਿਆਇ ਦੀ 15 ਆਇਤ ਨੂੰ ਦੇਖਦੇ ਆ, ਉੱਥੇ ਲਿਖਿਆ, ਅੱਜ ਜੇ ਤੁਸੀਂ ਉਹਦੀ ਆਵਾਜ਼ ਨੂੰ ਸੁਣੋ, ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਕਿਉਂਕਿ ਖੁਦਾ ਅੱਜ ਸਾਡੇ ਨਾਲ ਜਦੋਂ ਗੱਲ ਕਰਦਾ, ਅੱਜ ਸਾਡੇ ਨਾਲ ਬੋਲਿਆ ਖੁਦਾ, ਸੱਚਮੁੱਚ ਉਹਦੀ ਜਿਹੜੀ ਆਵਾਜ਼ ਆ ਸਾਡੇ ਦਿਲਾਂ 'ਚ ਉਤਰ ਜਾਣੀ ਚਾਹੀਦੀ ਆ, ਕਿਉਂਕਿ ਮਿਠਾਸ ਵਾਲੀ ਆਵਾਜ਼ ਆ। ਖੁਦਾ ਜਿਹਦੇ ਨਾਲ ਵੀ ਉਹਨੇ ਗੱਲ ਕੀਤੀ ਆ ਉਹਨੂੰ ਸ਼ਿਫਾ ਦਿੱਤੀ ਆ, ਜਿਹਦੇ ਨਾਲ ਵੀ ਗੱਲ ਕੀਤੀ ਆ ਉਹਨੂੰ ਬਿਮਾਰੀਆਂ ਤੋਂ ਚੰਗਾ ਕੀਤਾ, ਜਿਹਦੇ ਨਾਲ ਵੀ ਗੱਲ ਕੀਤੀ ਆ ਉਹਨੂੰ ਚੰਗਿਆਈ ਦਿੱਤੀ ਆ, ਜਿਹਦੇ ਨਾਲ ਵੀ ਗੱਲ ਕੀਤੀ ਆ ਉਹਦੀ ਆਵਾਜ਼ ਜਿਹਨੇ ਸੁਣੀ ਆ ਉਹਨੂੰ ਸ਼ਿਫਾ ਮਿਲੀ ਆ, ਜਿਹਨੇ ਉਹਦੀ ਆਵਾਜ਼ ਨੂੰ ਸੁਣ ਕੇ ਦਿਲ 'ਚ ਬਿਠਾਇਆ ਉਹਨੂੰ ਹਰ ਬਿਮਾਰੀ ਤੋਂ ਨਿਜਾਤ ਮਿਲੀ ਆ, ਜਿਹਨੇ ਉਹਦੀ ਆਵਾਜ਼ ਨੂੰ ਸੁਣਿਆ, ਉਹਨੂੰ ਮੰਨਿਆ, ਉਹਨੂੰ ਆਪਣੇ ਘਰਾਂ ਦੇ ਵਿੱਚੋਂ ਗਰੀਬੀ ਲਾਹਣਤਾਂ ਖਤਮ ਹੋ ਗਈਆਂ। ਅਗਰ ਅੱਜ ਮੇਰੇ ਅਜੀਜ਼ੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰਾਂ ਦੇ ਵਿੱਚ ਜਿੰਨੀਆਂ ਲਾਹਣਤਾਂ ਨੇ, ਭਾਵੇਂ ਉਹ ਗਰੀਬੀ ਦੀ ਲਾਹਣਤ ਆ, ਭਾਵੇਂ ਉਹ ਕਰਜ਼ੇ ਦੀ ਲਾਹਣਤ ਆ, ਭਾਵੇਂ ਉਹ ਲੜਾਈ ਝਗੜੇ ਦੀ ਲਾਹਣਤ ਆ, ਭਾਵੇਂ ਸਾਡੇ ਘਰ ਦੇ ਵਿੱਚ ਜਿਹੜੇ ਔਰਤ ਕੁੜੇ ਦੀ ਲਾਹਣਤ ਆ, ਸਾਡੇ ਘਰ ਦੇ ਵਿੱਚ ਖੁਦਾ ਨੇ ਹਜੇ ਕੁਛ ਬੀਵੀ ਜੈਸੀ ਨੌਬਤ ਨਹੀਂ ਦਿੱਤੀ ਔਰ ਸਾਨੂੰ ਬਲੈਸਿੰਗ ਨਹੀਂ ਦਿੱਤੀ, ਔਰ ਜੇ ਕਿਸੇ ਦੀ ਕੋਈ ਵੀ ਬਲੈਸਿੰਗਾਂ ਰੁਕੀਆਂ ਨੇ, ਉਹ ਘਰਾਂ ਦੇ ਵਿੱਚ ਤੁਹਾਡੇ ਲੜਾਈ ਝਗੜੇ ਨੇ, ਸ਼ੈਤਾਨ ਕੰਮ ਕਰਦਾ। ਅੱਜ ਖੁਦਾ ਦੀ ਆਵਾਜ਼ ਤੁਹਾਨੂੰ ਇਹ ਕਹਿੰਦੀ ਆ, ਐ ਥੱਕੇ ਟੁੱਟੇ ਦੇ ਬੋਝ ਹੇਠ ਦੱਬੇ ਹੋਏ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿੰਦਾ। ਅੱਜ ਖੁਦਾ ਆਪਣੀਆਂ ਉਸ ਸਲੀਬ ਉੱਤੇ ਐਦਾਂ ਬਾਹਾਂ ਫੈਲਾ ਕੇ ਉਹ ਖੜਾ ਤੁਹਾਡੀ ਇੰਤਜ਼ਾਰ ਕਰਦਾ। ਔਰ ਜਿੱਦਾਂ ਸਿਸਟਰ ਰਿੰਪੀ ਨੇ ਗੀਤ ਗਾਇਆ ਸੀ, ਯੇਸ਼ੂ ਦਾ ਸਲੀਬ ਉੱਤੇ ਖੂਨ ਚੋਈ ਜਾਂਦਾ ਹੈ, ਮੇਰਿਆਂ ਗੁਨਾਹਾਂ ਦਾ ਹਿਸਾਬ ਹੋਈ ਜਾਂਦਾ, ਔਰ ਸਾਡੇ ਸਾਰਿਆਂ ਦੇ ਪਾਪਾਂ ਦਾ ਹਿਸਾਬ ਹੋਈ ਜਾਂਦਾ। ਔਰ ਖੁਦਾ ਸਾਡੇ ਲਈ ਅੱਜ ਵੀ ਤਿਆਰ ਆ, ਉਹ ਅੱਜ ਵੀ ਸਾਨੂੰ ਆਵਾਜ਼ ਦਿੰਦਾ। ਉਹਦੀ ਆਵਾਜ਼ ਅੱਜ ਵੀ ਸਾਨੂੰ ਇਹ ਆ ਕਿ ਐ ਤੱਕ ਟੁੱਟੇ ਤੇ ਬੋਝ ਹੇਠ ਦੱਬੇ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਔਰ ਮੇਰੇ ਜੀਜੋ ਜਿੰਨੇ ਉਹਦੀ ਆਵਾਜ਼ ਨੂੰ ਸੁਣਦੇ ਨੇ, ਉਸ ਆਵਾਜ਼ ਤੇ ਚੱਲਦੇ ਨੇ, ਮੰਨਣ ਕਰਦੇ ਨੇ, ਖੁਦਾ ਸੱਚਮੁੱਚ ਫੇਰ ਉਹਨਾਂ ਨਾਲ ਗੱਲਬਾਤ ਕਰਦਾ, ਉਹਨਾਂ ਨੂੰ ਉਹ ਗਵਾਹੀਆਂ ਦੇ ਰੂਪ ਦੇ ਵਿੱਚ ਉਹ ਆਪ ਖੁਦਾ ਦੇ ਨਾਂ ਨੂੰ ਸਹਿਲਾਉਂਦੇ ਨੇ, ਖੁਦਾ ਦੇ ਨਾਂ ਦੀ ਵਡਿਆਈ ਕਰਦੇ ਨੇ ਇੱਕ ਵੱਡੀਆਂ ਗਵਾਹੀਆਂ ਦੇ ਨਾਲ। ਜਿੱਦਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ, ਮੈਂ ਲਗਭਗ 1 ਮਹੀਨੇ ਦਾ ਤਕਰੀਬਨ ਪ੍ਰੋਸੈਸ ਸੀ ਜਿਹੜਾ ਮੈਂ ਆਪਣੀ ਵਾਈਫ ਨੂੰ ਲੈ ਕੇ ਹਸਪੀਟਲ ਦੇ ਵਿੱਚ ਰਿਹਾ। ਔਰ ਮੈਂ ਤਰਸੇਮ ਸਾਹਿਬ ਮੇਰੇ ਹਾਲਾਤਾਂ ਨੂੰ ਜਾਣਦੇ ਨੇ, ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਹੋਈਆਂ। ਅਸੀਂ ਕਲਾਮ ਦੁਆਰਾ ਖੁਦਾ ਦੀ ਆਵਾਜ਼ ਨੂੰ ਸੁਣਦੇ ਰਹੇ ਔਰ ਖੁਦਾ ਨੂੰ ਛੱਡਿਆ ਨਹੀਂ, ਖੁਦਾ ਤੋਂ ਪਰੇ ਨਹੀਂ ਹੋਏ ਔਰ ਖੁਦਾ ਦੇ ਵਿੱਚ ਬਣੇ ਰਹੇ ਆ। ਭਾਵੇਂ ਉਸ ਹਸਪੀਟਲ 'ਚ ਹਜ਼ਾਰਾਂ ਦੇ ਲੋਕ ਸੀਗੇ, ਫਿਰ ਵੀ ਅਸੀਂ ਆਪਣਾ, ਭਾਵੇਂ ਮੈਂ ਕੈਮਰਾ ਔਨ ਨਹੀਂ ਕੀਤਾ ਔਰ ਮੀਟਿੰਗ ਨੂੰ ਸੁਣਦੇ ਰਹੇ, ਆਵਾਜ਼ ਨੂੰ ਸੁਣਦੇ ਰਹੇ। ਔਰ ਅਸੀਂ ਜਦੋਂ ਇਮਾਨਦਾਰੀ ਨਾਲ ਖੁਦਾ ਦੀ ਆਵਾਜ਼ ਨੂੰ ਸੁਣਦੇ ਰਹੇ, ਖੁਦਾ ਨੇ ਇੱਕ ਵੱਡਾ ਅਚੰਭਾ ਕੀਤਾ ਕਿ ਮੇਰੀ ਮੈਸੇਜ ਨੂੰ, ਜਿੱਥੇ ਅਸੀਂ PGI ਦੀ ਗੱਲ ਕਰੀਏ, ਜਿਹੜਾ ਸਾਡੇ ਸੈਂਟਰ ਦੀ ਸਰਕਾਰ ਦੇ ਅੰਡਰ ਉਹ ਹਸਪੀਟਲ ਆ, ਜਿੱਥੇ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਟਰੈਲੀਆਂ ਤੇ ਲੋਕ ਆ, ਜਿਹੜੀਆਂ ਸਟ੍ਰੈਚਰਾਂ ਤੇ ਲੋਕ ਆ, ਜਿਹੜੇ ਮਹੀਨਾ ਹਫਤਾ 15 ਦਿਨ ਉਹਨਾਂ ਰੇਹੜੀਆਂ ਤੇ ਰਹਿ ਜਾਂਦੇ, ਉਹਨਾਂ ਤੇ ਮੁੜ ਕੇ ਘਰ ਨੂੰ ਆਉਂਦੇ ਆ। ਔਰ ਖੁਦਾ ਨੇ ਸਾਨੂੰ ਇੱਕ ਵਧੀਆ ਬੈੱਡ ਪ੍ਰੋਵਾਈਡ ਕਰਕੇ ਦਿੱਤਾ ਔਰ ਵਧੀਆ ਸਾਡੀ ਟ੍ਰੀਟਮੈਂਟ ਹੋਈ। ਜਿਸ ਇੱਕ ਰੂਮ ਵਿੱਚ ਜਿੱਥੇ AC ਸੀ, ਸਿਰਫ 5 ਬੈੱਡ ਸੀ। ਇੱਕ ਆਮ ਜਿਹੜਾ ਅਸੀਂ ਕੋਈ ਹੋਰ ਜਾਂਦੇ ਹਸਪੀਟਲ ਦੇ ਵਿੱਚ, ਪ੍ਰਾਈਵੇਟ ਹਸਪੀਟਲ ਜਾਂਦੇ ਆ, ਉੱਥੇ ਵੀ ਇੰਨੀਆਂ ਸਹੂਲਤਾਂ ਨਹੀਂ ਹੋਣਗੀਆਂ ਜਿੱਥੇ ਖੁਦਾ ਨੇ ਸਾਨੂੰ ਉੱਥੇ ਕਰਕੇ ਦਿੱਤੀਆਂ। ਔਰ ਖੁਦਾ ਨੇ ਸਾਡੀ ਮੇਰੀ ਮੈਸੇਜ ਨੂੰ ਚੰਗਾ ਭਲਾ ਕੀਤਾ। ਜਦੋਂ ਅਸੀਂ ਖੁਦਾ ਦੀ ਆਵਾਜ਼ ਨੂੰ ਸੁਣਿਆ ਤਾਂ ਖੁਦਾ ਨੇ ਸਾਡੇ ਲਈ ਸਾਰਾ ਕੁਝ ਕੀਤਾ। ਅਸੀਂ ਖੁਦਾ ਦੀ ਆਵਾਜ਼ ਨੂੰ ਸੁਣਿਆ, ਮੰਨਿਆ, ਉੱਤੇ ਚੱਲੇ ਆ। ਔਰ ਖੁਦਾ ਸੱਚਮੁੱਚ ਅੱਜ ਮੇਰੇ ਅਜੀਜ਼ੋ, ਅੱਜ ਜਦੋਂ ਅਸੀਂ ਖੁਦਾ ਦੀ ਆਵਾਜ਼ ਨੂੰ ਸੁਣਦੇ ਆ, ਬਾਹਰ ਮੈਂ ਆਪਣੇ ਕਮਰੇ ਦੇ ਵਿੱਚ ਬੈਠਾ, ਅੱਜ ਖੁਦਾ ਦੇ ਨਾਮ ਨੂੰ ਜਲਾਲ ਦੇ ਰਿਹਾ। ਬਾਹਰ ਸਾਡੇ ਗੈਸਟ ਆਏ ਆ, ਅਸੀਂ ਉਹਨਾਂ ਨੂੰ ਕਿਹਾ ਭਾਈ ਪਹਿਲ ਖੁਦਾ ਦੇ ਨਾਮ ਨੂੰ ਆ। ਮੈਂ ਇਸ ਕਲਾਮ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦਾ, ਕਿਉਂਕਿ ਖੁਦਾ ਦੀ ਆਵਾਜ਼ ਪਹਿਲ ਦੇ ਆਧਾਰ ਤੇ ਆ। ਔਰ ਸੱਚਮੁੱਚ ਮੇਰੇ ਅਜੀਜ਼ੋ, ਅੱਜ ਖੁਦਾ ਦੀ ਆਵਾਜ਼ ਸਾਨੂੰ ਕਹਿੰਦੀ ਆ, ਐ ਤੱਕ ਟੁੱਟੇ ਤੇ ਬੋਝ ਹੇਠ ਦੱਬੇ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਇਸ ਕਲਾਮ ਦੁਆਰਾ ਖੁਦਾ ਮੈਨੂੰ ਔਰ ਤੁਹਾਨੂੰ ਸਾਰਿਆਂ ਨੂੰ ਵੱਡੀ ਆਸ਼ੀਸ਼ ਤੇ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ। आमीन आमीन आमीन। आइए हम सब मिलकर खुदा के जलाल के खिलाफ करेंगे। प्रेज़ द लॉर्ड, हालेलुया।
खुदावंद आपकी शुक्रगुजारी। पास्टर लखवीर सिंह साहब, खुदावंद आपको बड़ी बरकत दे। शलोक टीवी की टीम की जानिब से हम आपका दिल से धन्यवाद करते हैं कि आपने अपने कीमती समय में से टाइम निकाला और आप हमारे साथ मौजूद थे। खुदावंद के वचनों को आपने शेयर किया और हम सब ने इसके द्वारा बड़ी बरकत को, बड़ी तसल्ली को, बड़े इत्मीनान को खुदावंद के हुजूर से रिसीव किया है। खुदावंद आपको बड़ी बरकत दे। और जितने लोग इस वक्त हमें फेसबुक और यूट्यूब के जरिए से देख रहे हैं, यकीनन आपने भी बड़ी बरकत को रिसीव किया है। खुदावंद आप सबको बड़ी बरकत दे। और इसी के साथ मेरे अजीजों, इस खूबसूरत कलाम के लिए, खुदा के बंदा के लिए और हम सब की बरकत के लिए हम दुआ में झुकेंगे। मेरी गुजारिश होगी सीनियर पास्टर सरवर मकसूद साहब से कि वो इस दुआ में हमारी रहनुमाई करें, और उसके बाद में खुदा के खादिम पास्टर शिवा हंस साहब जो हैं वो प्रभु वाली प्रार्थना करने में हमारी मदद करेंगे, और उसके बाद में सीनियर पास्टर सरवर मकसूद साहब कलाम बरकत के साथ कलीसिया को रुखसत करेंगे। हालेलुया। और उन सब के लिए जो किसी खास मकसद के लिए दुआ करवाना चाहते हैं, मीटिंग के बाद उनके पास मौका होगा कि वो रुक कर दुआ करवा सकते हैं। प्रेज द लॉर्ड। जी पास्टर सरवर साहब, क्या आप मुझे सुन पा रहे हैं? जी मैं सुन तो पा रहा हूँ, लेकिन अगर किसी और को कह दे तो मेहरबानी। जी 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 बिल्कुल ठीक सर। सो मेरी गुजारिश होगी पास्टर शिवा हंस साहब से कि वो इस दुआ में हमारी मदद करेंगे, और इसी तरह से फिर हम जो है वो आगे बढ़ेंगे। प्रेज़ द लॉर्ड। आप सबको खुदावंद यीशु में सलाम, जय मसीह की। खुदा तनुसारन बरकत दे। आइए हम मिलकर दुआ करते हैं। कदूस 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 मेहरबान सामर्थ्य परमेश्वर प्रभु यीशु मसीह के नाम से हम आपका थैंक्स करते हैं, आपका धन्यवाद करते हैं आज के इस परमेश्वर अच्छे सेशन के लिए। परमेश्वर हम दुआ करते हैं अहिता चैनल के लिए, पिता शालोक टीवी के लिए। प्रभु जी इस वक्त जितने भी आपके अजीज जुड़े हुए सबको ब्लेस करते हैं खुदावन खुदा। पिता परमेश्वर हम प्रार्थना करते हैं आज का जो मुकद्दस कलाम आपके दास के द्वारा पास्टर लखवीर साहब द्वारा सुनाया गया है, हम सबों की बेहतरीन तरक्की उन्नति वाला हो जाए, 100 गुना फल लेकर आए। खुदावन हम आपका थैंक्स करते हैं, आपने अपने दास और दासी को सही सलामत प्रभु जी घर विच लैके आंदा। मैं तुहाडा शुक्र करदा प्रभु जी, पूरा परिवार तुहाडे नाम च अगे वधदे जाण ते तुहाडी दया वाला हाथ नाल जिंदगी च बने रहे, हर एक जरूरतां नूं पूरा करे। खुदावन इस वक्त जितने भी ऑनलाइन साडे वीर भरा खुदावन तेरे दास दासी जुड़े हुए ने, सबनां नूं ब्लैस करदे आ। एक एक जन ते आप जी दा किरपा वाला हाथ बने रहे ते तमाम जरूरतां नूं पूरा करो। प्रभु यीशु मसीह के सामर्थ्य नाम से मांगते हैं, आमीन 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 आमीन। प्रेज द लॉर्ड। पास्टर गुरदन दास से गुजारिश है कि वो प्रभु वाली प्रार्थना में मदद करेंगे, और आखिर में खुदा के खादिम जो है वो पास्टर सरवर साहब। दी फादी साहब, मुमकिन होगा कि आप कलाम बरकत से कलीसिया को रुखसत करें? हाँ जी, ये ठीक है, थैंक यू। जी 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 सर। अब हमारी का फजल, खुदा बाप की मोहब्बत, पाक रूह की रफ़ाक़त और शराकत हम सब के साथ, दुनिया के तमाम ईमानदारों के साथ अब से हमेशा तक होती रहे। खुदा बाप, खुदा बेटे, खुदा पाक रूह के नाम से आमीन 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 आमीन। प्रेज द लॉर्ड। और सब खुदा आपको बड़ी बरकत दे। और मेरे चीजों, मैं आपको बताना चाहता हूँ कि आज की हयात जावेदा मीटिंग हो चुकी है। अगर कोई जाना चाहता है वो खुशी और सलामती से जा सकता है, लेकिन अगर कोई किसी खास मकसद के लिए दुआ करवाना चाहते हैं, कोई बातचीत करना चाहते हैं, तो आप जरूर रुककर बात कर सकते हैं। प्रेज द लॉर्ड। आपसे फिर दोबारा जरूर मुलाकात होगी। गॉड ब्लेस यू।